ਸਤਨਾਮ ਵਾਹਿਗੁਰੂ ਸਾਹਿਬ ਜੀ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ। ਰਤੇ ਸੇਈ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈ। ਚੜ ਚੜ ਪਵਦੇ ਕੱਚੇ ਬਿਰਹੀ ਜਿਨਾ ਕਾਰ ਨ ਆਈ। ਬੇਸੁਮਾਰ ਅਥਾਹ ਅਗਨਤ ਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਲਰ ਕੇਰੀ ਛਪੜੀ ਕਊਆ ਮਲ ਮਲ ਨਹਾਏ। ਮਨ ਤਨ ਮੈਲਾ ਅਵਗੁਣੀ ਚਿੰਝ ਭਰੀ ਗੰਦੀ ਆਏ। ਸਰਵਰ ਹੰਸ ਨ ਜਾਣਿਆ ਕਾਗ ਕੁਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਉ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਉ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ ਮਿਹਰਮਤ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ
ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਸ਼ਬਦ ਦੇ ਅਭਿਆਸ ਨਾਲ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਆਪ ਜੀ ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤਮਈ ਕਥਾ ਨਿਰੰਤਰ ਸ਼ਰਵਣ ਕਰਕੇ ਸਤਿਗੁਰੂ ਕੀ ਬਾਣੀ ਦੇ ਅਧਿਆਤਮਕ ਗਿਆਨਾਤਮਕ ਲਾਭ ਨੂੰ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਲਰ ਕੇਰੀ ਛੱਪੜੀ, ਕਊਆ ਮਲ ਮਲ ਨਹਾਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੇ ਅੰਤਰਗਤ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਕਲਰ ਕੇਰੀ ਛੱਪੜੀ, ਕਿ ਕਲਰ ਦੇ ਨਾਲ ਪੜੀ ਹੋਈ ਛੱਪੜੀ ਜਿਹਦੇ ਵਿੱਚ ਚਿੱਕੜ ਆਦਿਕ ਦਾ ਪਾਣੀ ਦੇ ਨਾਲ ਘੁਲਿਆ ਮਿਲਿਆ ਹੋਇਆ ਮਿਸ਼ਰਣ ਹੈ। ਆਖਦੇ ਹਨ ਕਲਰ ਕੇਰੀ ਛੱਪੜੀ, ਕਊਆ ਮਲ ਮਲ ਨਹਾਏ। ਇਹ ਵਾਕ ਪੜ੍ਹਿਆ ਆਮ ਤੌਰ 'ਤੇ ਇਹ ਸਮਝ ਪੈਂਦੀ ਹੈ ਕਿ ਇੱਕ ਜਿਹੜਾ ਕਾਂ ਪੰਛੀ ਹੈ ਉਹਦੇ ਬਾਰੇ ਗੁਰੂ ਸਾਹਿਬ ਜੀ ਉਹਦਾ ਚਿੱਕੜ ਦੇ ਵਿੱਚ ਨਹਾਉਣ ਦਾ ਜਾਂ ਚਿੱਕੜ ਦੇ ਵਿੱਚ ਕਿਸੇ ਤਰ੍ਹਾਂ ਦੇ ਆਪਣੇ ਜਿਹੜੀਆਂ ਹਰਕਤਾਂ ਕਰਨ ਦਾ ਕੋਈ ਜ਼ਿਕਰ ਹੈ। ਆਮ ਕਰਕੇ ਇਹ ਸਮਝ ਆਉਂਦੀ ਹੈ ਕਿ ਕਲਰ ਕੇਰੀ ਛੱਪੜੀ, ਕਊਆ ਮਲ ਮਲ ਨਹਾਏ। ਪਰ ਗੁਰੂ ਸਾਹਿਬ ਜੀ ਕਾਂ ਦੀ ਅਤੇ ਛੱਪੜੀ ਦੀ ਉਦਾਹਰਣ ਦੇ ਨਾਲ ਵਕਾਰੀ ਪੁਰਖਾਂ ਦੇ ਜੀਵਨ ਦੇ ਸੁਭਾਅ ਦੀ, ਉਹਨਾਂ ਦੇ ਜੀਵਨ ਦੇ ਵਿਵਹਾਰ ਦੀ ਬਾਤ ਦੱਸ ਰਹੇ ਹਨ ਕਿ ਕਲਰ ਕੇਰੀ ਛੱਪੜੀ, ਇੱਕ ਛੱਪੜੀ ਉਹ ਜਿਹਦੇ ਵਿੱਚ ਸਾਫ਼ ਜਲ ਹੁੰਦਾ ਅਤੇ ਜੇ ਉਹਦੇ ਵਿੱਚ ਕੋਈ ਨਹਾ ਲਵੇ ਤਾਂ ਉਹਦੀ ਮੈਲ ਉਤਰ ਜਾਂਦੀ ਹੈ। ਪਰ ਕਲਰ ਦੇ ਨਾਲ ਭੜੀ ਹੋਈ ਛੱਪੜੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਊਆ ਮਲ ਮਲ ਨਹਾਏ, ਭਾਵ ਕਰਕੇ ਜਿਨ੍ਹਾਂ ਦਾ ਜੀਵਨ, ਜਿਨ੍ਹਾਂ ਦਾ ਹਿਰਦਾ ਵਿਕਾਰਾਂ ਕਰਕੇ ਕਾਲਾ ਹੋ ਚੁੱਕਿਆ ਹੈ। ਕਾਲੇ ਹੋਣ ਦਾ ਭਾਵ ਕਿ ਜਦੋਂ ਚੀਜ਼ ਚਮਕਦਾਰ ਹੋਵੇ ਉਹਨੂੰ ਚਿੱਟੇ ਨਾਲ ਤਸ਼ਬੀਹ ਦਿੰਦੇ ਹਾਂ। ਕਾਲੇ ਦਾ ਭਾਵ ਕਿ ਉਹਨਾਂ ਦੇ ਅੰਦਰ ਔਗਣ ਐਸੇ ਭਰ ਗਏ ਹਨ, ਇਤਨੇ ਜ਼ਿਆਦਾ ਵਿਕਾਰ ਹਾਵੀ ਹੋ ਗਏ ਹਨ ਜੀਵਨ ਦੇ ਵਿੱਚ, ਗੁਨਾਹਾਂ ਦੇ ਨਾਲ, ਪਾਪਾਂ ਦੇ ਦਾਗਾਂ ਦੇ ਨਾਲ ਉਹਨਾਂ ਦਾ ਚਿੱਤ ਇਤਨਾ ਜ਼ਿਆਦਾ ਕਾਲਾ ਹੋ ਗਿਆ ਹੈ। ਤਾਂ ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਊਆ ਮਲ ਮਲ ਨਹਾਏ। ਹੁਣ ਜਿਹਦਾ ਇੱਕ ਵਾਰੀ ਵਿਕਾਰੀ ਸੁਭਾਅ ਬਣ ਗਿਆ ਉਹ ਵਿਕਾਰੀ ਦੀ ਤਰਫ ਜਾਏਗਾ ਹੀ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵਿਕਾਰਾਂ ਨਾਲ ਗਰਸੇ ਹੋਏ ਜੀਵ ਕਊਏ ਦੇ ਵਾਂਗ ਬਾਰ ਬਾਰ ਉਸ ਕਲਰ ਦੀ ਛੱਪੜੀ ਦੇ ਵਿੱਚ ਆਪਣਾ ਸਿਰ ਕੋ ਡੁਬਾ ਕੇ, ਆਪਣਾ ਸਰੀਰ ਲੰਘਾ ਕੇ, ਮਲ ਮਲ ਕੇ ਬਾਰ ਬਾਰ ਨਹਾਉਂਦੇ ਹਨ। ਹੁਣ ਇਸ ਪੰਕਤੀ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜੀਵਨ ਦੇ ਵਿੱਚ, ਬਾਣੀ ਦੇ ਵਿੱਚ ਜਦ ਕਦੇ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਪੜ੍ਹੀਏ ਤਾਂ ਉਹਨਾਂ ਦੀ ਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਜੈਸੀ ਭੂਖੈ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ। ਕਿ ਜਿਵੇਂ ਦੁਨੀਆ ਦੇ ਬਾਕੀ ਵਰਤਾਰੇ ਦੇਖੀਏ, ਇੱਕ ਨਸ਼ੇ ਵਾਲਾ ਬੰਦਾ ਹਮੇਸ਼ਾ ਨਸ਼ੇ ਦੀ ਤਰਫ ਕਿਉਂ ਉਲਾਰ ਹੁੰਦਾ ਹੈ? ਦੁਰਾਚਾਰ ਭੋਗਣ ਵਾਲਾ ਬੰਦਾ ਹਰ ਵਕਤ ਦੁਰਾਚਾਰ ਦੇ ਅੱਡੇ ਵੱਲ ਕਿਉਂ ਜਾਂਦਾ ਹੈ? ਇੱਕ ਚੋਰ ਹਮੇਸ਼ਾ ਚੋਰਾਂ ਦੀ ਟੋਲੀ ਵੱਲ ਉਹਨਾਂ ਦੇ ਨਾਲ ਜੁੜ ਕੇ ਕਿਉਂ ਰਹਿੰਦਾ ਹੈ? ਇਹਦਾ ਇੱਕ ਕਾਰਨ ਹੈ। ਅਸੀਂ ਜੀਵਨ ਦੇ ਵਿੱਚ ਜਦੋਂ ਆਪਣੇ ਜੀਵਨ ਦੇ 20-25 ਵਰ੍ਹੇ ਬਿਤਾ ਲੈਂਦੇ ਹਾਂ ਜਾਂ ਜੀਵਨ ਦਾ ਕੋਈ ਐਸਾ ਸਮਾਂ ਜਿਹੜਾ ਕਿਸੇ ਤਰ੍ਹਾਂ ਦੀ ਵਿਸ਼ੇਸ਼ ਸੰਗਤ ਦੇ ਵਿੱਚ ਬਤੀਤ ਕਰੀਏ ਤਾਂ ਉਦੋਂ ਕੀ ਹੁੰਦਾ ਹੈ, ਉਹ ਸੰਗਤ ਸਾਡੇ ਅੰਦਰ ਦਾ ਕੁਝ ਨਾ ਕੁਝ ਹਿੱਸਾ ਆਪਣੇ ਅਨੁਸਾਰ ਕੱਢ ਦਿੰਦੀ ਹੈ। ਬੰਦਾ ਪੂਰਾ ਨਾ ਵੀ ਘੜਿਆ ਜਾਵੇ, ਕੁਝ ਨਾ ਕੁਝ ਘੜਿਆ ਜਾਵੇਗਾ ਜਿਹੜਾ ਉਹ ਕਿਸੇ ਤਰ੍ਹਾਂ ਦੀ ਸੰਗਤ ਦੇ ਵਿੱਚ ਰਹਿ ਰਿਹਾ ਹੈ। ਇਸ ਕਰਕੇ ਆਪਣੇ ਬੱਚੇ ਦੀ ਆਰੰਭਕ ਸੰਗਤ ਨੂੰ ਜਿਹੜੀ ਘਰ ਤੋਂ ਪਰਾਂ ਉਹਨੇ ਕਰਨੀ ਹੈ, ਉਹਨੂੰ ਅਸੀਂ ਸਕੂਲ ਦੇ ਵਿੱਚ ਕਰਵਾਉਂਦੇ ਹਾਂ ਤਾਂ ਕਿ ਉਹਦੀ ਬੁੱਧੀ 'ਚ ਵਿੱਦਿਆ ਦਾ ਸੰਚਾਰ ਹੋਵੇ, ਗਿਆਨ ਦਾ ਪ੍ਰਵੇਸ਼ ਹੋਵੇ।
ਪਰ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਦੋਂ ਅਸੀਂ ਜੀਵਨ ਦੇ ਵਿੱਚ 20-25 ਵਰ੍ਹੇ ਆਪਣੇ ਜੀਵਨ ਦੇ ਬਿਤਾ ਲੈਂਦੇ ਹਾਂ, ਜਾਂ ਜੀਵਨ ਦਾ ਉਹ ਕੋਈ ਸਮਾਂ ਜਿਹੜੀ 4-5 ਸਾਲ ਦਾ ਕਿਸੇ ਵਿਸ਼ੇਸ਼ ਤਰ੍ਹਾਂ ਦੀ ਸੰਗਤ ਦੇ ਵਿੱਚ, ਇਕੱਠ ਦੇ ਵਿੱਚ ਬਿਤਾਇਆ ਜਾਵੇ, ਅਤੇ ਉਹ ਇਕੱਲਾ ਸਾਡੇ ਜੀਵਨ ਨੂੰ ਬਾਹਰੀ ਤੌਰ 'ਤੇ ਨਹੀਂ, ਅੰਦਰੂਨੀ ਤੌਰ 'ਤੇ ਵੀ ਪ੍ਰਭਾਵਿਤ ਕਰ ਦਿੰਦੀ ਹੈ। ਅੰਦਰੂਨੀ ਤੌਰ 'ਤੇ ਪ੍ਰਭਾਵਿਤ ਕਰਨ ਦਾ ਭਾਵ ਜਿਨ੍ਹਾਂ ਦੇ ਸੰਗ ਰਹਾਂਗੇ ਉਹਨਾਂ ਦਾ ਵਿਵਹਾਰ ਪਹਿਲੇ ਦਿਨ ਭਾਵੇਂ ਸਾਨੂੰ ਥੋੜ੍ਹਾ ਵੱਖਰਾ ਲੱਗੇ ਕਿ ਇਹ ਮੇਰੇ ਮਾਫਕ ਨਹੀਂ ਹੈ। ਕਈ ਵਾਰੀ ਹੋ ਸਕਦਾ ਹੈ ਬੰਦਾ ਕਿਸੇ ਤਰ੍ਹਾਂ ਦੀ ਗਲਤ ਸੰਗਤ ਚਲਿਆ ਜਾਵੇ, ਤਾਂ ਪਹਿਲੇ ਦਿਨ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਹੋ ਸਕਦਾ ਮਨੁੱਖ ਦੇ ਮਨ ਨੂੰ ਜਰਾ ਵੀ ਠੀਕ ਨਾ ਲੱਗੇ। ਪਰ ਹੁਣ ਤੇ ਰਹਿਣਾ ਪੈਣਾ ਕੁਝ ਸਾਲ, ਕੁਝ ਮਹੀਨੇ, ਤਾਂ ਕੀ ਹੋਏਗਾ ਕਿ ਆਪਣੇ ਤੇ ਉਹਨਾਂ ਦੇ ਜੀਵਨ ਦਾ ਫਰਕ ਦੇਖੇਗਾ। ਵਿਕਾਰਾਂ ਦੇ ਸੰਬੰਧ ਦੇ ਵਿੱਚ ਇਹ ਗੱਲ ਬੜੀ ਵਿਚਿੱਤਰ ਹੈ ਕਿ ਜਿਹੜਾ ਬੰਦਾ ਵਿਕਾਰੀ ਜੀਵਨ ਦੇ ਵਿੱਚ ਚੱਲ ਰਿਹਾ ਹੁੰਦਾ, ਉਹ ਕਈ ਵਾਰੀ ਵਿਕਾਰਾਂ ਤੋਂ ਰਹਿਤ ਵਾਲੇ ਜੀਵਨ ਨੂੰ ਵੀ ਆਪਣੀ ਤਰਫ ਆਕਰਸ਼ਿਤ ਕਰ ਲੈਂਦਾ ਹੈ। ਇਹ ਗੱਲ ਸਮਝਣ ਵਾਲੀ ਹੈ ਕਿ ਕਈ ਵਾਰੀ ਜਿਹੜੇ ਬੰਦੇ ਵਿਕਾਰਾਂ ਤੋਂ ਰਹਿਤ ਹੁੰਦੇ ਨੇ, ਉਹ ਜਦੋਂ ਵਿਕਾਰਾਂ ਦੇ ਵਿੱਚ ਜਿਉਂ ਰਹੇ ਬੰਦਿਆਂ ਦਾ ਜੀਵਨ ਦੇਖਦੇ ਹਨ, ਅਤੇ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਇਹ ਜੀਵਨ ਦੇ ਬਹੁਤ ਆਨੰਦ ਭੋਗ ਰਿਹਾ ਹੈ, ਉਹਦੇ ਤਰਫ ਆਕਰਸ਼ਿਤ ਹੋ ਜਾਂਦੇ ਨੇ। ਅਤੇ ਇਹ ਆਕਰਸ਼ਣ ਉਹਨਾਂ ਦੇ ਮਨ ਵਿੱਚ ਇੱਕ ਸਵੀਕ੍ਰਿਤੀ ਪੈਦਾ ਕਰ ਦਿੰਦਾ ਕਿ ਚਲੋ ਜੇ ਇਹ ਬਹੁਤ ਜ਼ਿਆਦਾ ਵਿਕਾਰੀ ਹਨ ਤਾਂ ਅਸੀਂ ਥੋੜ੍ਹਾ ਜਿਹਾ ਹਲਕੇ ਕਿਸਮ ਦਾ ਕਰ ਲੈਂਦੇ ਹਾਂ, ਅਸੀਂ ਹਲਕੇ ਕਿਸਮ 'ਤੇ ਥੋੜ੍ਹਾ ਜਿਹਾ ਉਹਦਾ ਕਿਸੇ ਤਰ੍ਹਾਂ ਦਾ ਰਸ-ਕਸ ਭੋਗ ਲੈਂਦੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ ਕਿ ਚਿੱਤ ਦੇ ਵਿੱਚ ਵਿਕਾਰਾਂ ਦੇ ਭਾਵ ਦਾਖਲ ਹੋ ਜਾਂਦੇ ਨੇ। ਫਿਰ ਉਹ ਦਿਨ ਬਾ ਦਿਨ ਗਹਿਰੇ ਜਾਂਦੇ ਹਨ, ਅਤੇ ਇੱਕ ਦਿਨ ਉਹ ਆਉਂਦਾ ਹੈ ਜਦੋਂ ਬਿਲਕੁਲ ਚਿੱਤ ਦੇ ਵਿੱਚ ਵਿਕਾਰਾਂ ਦੇ ਭਾਵ ਸਮੋ ਜਾਂਦੇ ਨੇ। ਹੁਣ ਉਦਾਹਰਨ ਦੇ ਤੌਰ 'ਤੇ ਕਈ ਗੱਲਾਂ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲਦੀਆਂ। ਉਹ ਕਿਉਂ ਨਹੀਂ ਭੁੱਲਦੀਆਂ? ਉਹਦਾ ਕਾਰਨ ਕੀ ਹੈ? ਉਹ ਸਾਡੇ ਚਿੱਤ ਵਿੱਚ ਸਮੋਈਆਂ ਹੋਈਆਂ ਹਨ। ਇਸੇ ਤਰ੍ਹਾਂ ਜਦੋਂ ਵਿਕਾਰਾਂ ਦੇ ਰਸ-ਕਸ ਚਿੱਤ ਵਿੱਚ ਸਮੋ ਜਾਂਦੇ ਹਨ ਔਰ ਹੁੰਦੇ ਅਧੂਰੇ ਕਿਸਮ ਦੇ ਹਨ, ਤਾਂ ਵਾਰ-ਵਾਰ ਬੰਦਾ ਉਹਨਾਂ ਦੀ ਤਰਫ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਕੱਲਰ ਕੇਰੀ ਛੱਪੜੀ, ਕਿ ਜਦੋਂ ਇੱਕ ਵਾਰੀ ਜੀਵਨ ਗ੍ਰਸਤ ਹੋ ਗਿਆ, ਫਿਰ ਵਾਰ-ਵਾਰ ਹੁਣ ਨਸ਼ੇ ਵਾਲਾ ਬੰਦਾ, ਮੈਂ ਇੱਕ ਸਮੇਂ ਦੇ ਵਿੱਚ ਇਸ ਗੱਲ 'ਤੇ ਵੀ ਬੜਾ ਸਮਝਿਆ ਕਿ ਕਾਰਨ ਕੀ ਹੈ। ਜਿਵੇਂ ਬਹੁਤ ਸਮਾਂ ਕੋਈ ਨਸ਼ਾ ਗ੍ਰਹਿਣ ਕਰਦਾ ਹੈ ਤਾਂ ਮੰਨਿਆ ਜਾਂਦਾ, ਸਾਇੰਸ, ਮੈਡੀਕਲ ਸਾਇੰਸ ਇਸ ਸੰਬੰਧ 'ਚ ਆਖਦੀ ਹੈ ਕਿ ਉਹਦੇ ਸਰੀਰ ਦੇ ਜਿੰਨੇ ਰਸਾਇਣ ਜਿਵੇਂ ਸਾਡੇ ਸਰੀਰ ਦੇ ਵਿੱਚ ਕੁਝ ਐਸੇ ਰਸਾਇਣ ਨੇ ਜਿਹੜੇ ਭੋਜਨ ਨੂੰ ਪਚਾਉਂਦੇ ਨੇ, ਕੁਝ ਐਸੇ ਰਸਾਇਣ ਨੇ ਜਿਹੜੀ ਸਾਹ ਪ੍ਰਕਿਰਿਆ ਨੂੰ ਚਲਾਉਂਦੇ ਨੇ, ਕੁਝ ਐਸੇ ਨੇ ਜਿਹੜੇ ਹੋਰ ਕਈ ਕੰਮ ਕਰਦੇ ਨੇ ਸਾਡੇ ਸਰੀਰ ਵਿੱਚ। ਉਹ ਰਸਾਇਣ ਸਾਰੇ ਇਸ ਰੂਪ ਦੇ ਵਿੱਚ ਜ਼ਹਿਰ ਬਣ ਜਾਂਦੇ ਨੇ ਕਿ ਕੋਈ ਦੂਜਾ ਪਦਾਰਥ ਉਹਦੀ ਪੂਰਤੀ ਕਰ ਹੀ ਨਹੀਂ ਸਕਦਾ। ਸਾਡਾ ਕੋਈ ਨਿਕਟ ਜਾਣਕਾਰ ਸੀ, ਉਹਦੀ ਇਸ ਇੱਲਤ ਨੂੰ ਛਡਾਉਣ ਦੇ ਲਈ ਲੱਖਾਂ ਰੁਪਇਆਂ ਤੱਕ ਦੀ ਜਿਹੜੀ ਮਹਿੰਗੀ ਦਵਾਈ ਉਹਦੇ ਸਰੀਰ 'ਚ ਭੇਜੀ ਗਈ, ਪਰ ਜਰਾ ਜਿੰਨਾ ਫਰਕ ਨਹੀਂ ਪਿਆ। ਕਾਰਨ ਕੀ ਹੈ ਕਿ ਹੁਣ ਉਸਨੇ ਆਪਣੇ ਅੰਦਰੂਨ ਨੂੰ ਜ਼ਹਿਰ ਬਣਾ ਲਿਆ, ਅਤੇ ਉਹਦੀ ਤ੍ਰਿਪਤੀ ਜ਼ਹਿਰ ਹੀ ਕਰੇਗਾ। ਉਹਦੀ ਤ੍ਰਿਪਤੀ ਅੰਮ੍ਰਿਤਮਈ ਢੰਗ ਦੇ ਨਾਲ ਨਹੀਂ ਹੋ ਸਕਦੀ, ਕਿਉਂਕਿ ਪਹਿਲਾਂ ਉਹਨੇ ਆਪਣੇ ਜੀਵਨ ਦੇ ਵਿੱਚ ਨਸ਼ੇ ਨੂੰ ਇੱਕ ਦਿਨ ਸਰੀਰ 'ਚ ਭੇਜਿਆ, ਅਤੇ ਇੱਕ ਦਿਨ ਦਾ ਕਿੰਨਾ ਕੁ ਪ੍ਰਭਾਵ ਹੋਏਗਾ? 24 ਘੰਟੇ ਹੋਏਗਾ। ਪਰ ਇਸ ਹੁਣ ਤਾਂ ਇੰਨੇ ਘਾਤਕ ਨੇ ਕਿ ਇੱਕ ਵਾਰੀ ਗ੍ਰਹਿਣ ਕਰਨਾ ਵੀ ਜ਼ਿੰਦਗੀ ਭਰ ਦਾ ਸਰਾਪ ਬਣ ਜਾਂਦਾ ਹੈ। ਇਸ ਕਰਕੇ ਕਿਉਂਕਿ ਪਹਿਲਾਂ ਉਹਨੇ ਆਪਣੇ ਜੀਵਨ 'ਚ ਦਖਲ ਦੇ ਦਿੱਤਾ। ਜਿਵੇਂ ਅਸੀਂ ਸਤ ਸੰਗਤ 'ਚ ਚੱਲ ਆਉਂਦੇ ਹਾਂ, ਕਿਉਂ ਚੱਲ ਆਉਂਦੇ ਹਾਂ? ਸਾਡੇ ਹਿਰਦੇ ਦਾ ਕੋਈ ਹਿੱਸਾ ਗੁਰੂ ਦੇ ਨਾਲ ਸ਼ਰਧਾ ਕਰਕੇ ਜੁੜਿਆ, ਸਾਡੀ ਬੁੱਧੀ ਦਾ ਕੋਈ ਹਿੱਸਾ ਗੁਰੂ ਦੀ ਕਥਾ ਦੇ ਗਿਆਨ ਨਾਲ ਜੁੜਿਆ, ਕੋਈ ਸਾਡੀ ਭਾਵਨਾ ਆਪਣੀ ਕਾਮਨਾ ਕਰਕੇ, ਸ਼ਰਧਾ ਕਰਕੇ ਗੁਰੂ ਦੀ ਪ੍ਰੀਤ ਵਾਲੇ ਢੰਗ ਨਾਲ ਜੁੜੀ ਹੋਈ ਹੈ, ਤਾਂ ਅਸੀਂ ਇੱਥੇ ਚੱਲ ਆਉਂਦੇ ਹਾਂ। ਇਸ ਕਰਕੇ ਜੋ ਸਾਡੇ ਜੀਵਨ ਦੇ ਅੰਦਰ 'ਚ ਦਖਲ ਹੈ ਉਹੀ ਅਸੀਂ ਬਾਹਰ ਵੱਲ ਪਰਤਾਉਂਦੇ ਹਾਂ। ਇਸ ਕਰਕੇ ਨਸ਼ੇ ਵਾਲਾ ਨਸ਼ੇ ਦੀ ਤਰਫ ਜਾਂਦਾ ਹੈ, ਗੁਰਸਿੱਖ ਗੁਰੂਦੁਆਰ ਵੱਲ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਕੱਲਰ ਕੇਰੀ ਛੱਪੜੀ, ਕਿ ਜਿਨ੍ਹੇ ਹੁਣ ਆਪਣੇ ਜੀਵਨ 'ਚ ਵਿਕਾਰਾਂ ਨੂੰ ਦਖਲ ਦਿੱਤਾ ਹੈ, ਹਰ ਸਮੇਂ ਵਿਕਾਰਾਂ ਦੇ ਵਿੱਚ ਹੀ ਰਹਿਣਾ। ਔਰ ਵਿਕਾਰਾਂ ਦੇ ਵਿੱਚ ਪੰਜੇ ਵਿਕਾਰ ਨਹੀਂ ਹੁੰਦੇ, ਵੀ ਇੱਕ ਨੁਕਤਾ ਆਪਦੇ ਸਨਮੁਖ ਰੱਖਦਿਆਂ ਕਿ ਪੰਜੇ ਵਿਕਾਰਾਂ ਦੇ ਵਿੱਚ ਦੁਨੀਆ ਦਾ ਕੋਈ ਬੰਦਾ ਇੱਕੋ ਸਮੇਂ ਨਹੀਂ ਰਹਿ ਸਕਦਾ। ਪਰ ਇਹ ਨੁਕਤਾ ਹੈ ਕਿ ਵਿਕਾਰ ਇੱਕ ਦੂਜੇ ਦੇ ਉੱਪਰ ਆਸ਼ਰਿਤ ਹੁੰਦੇ ਨੇ। ਆਸ਼ਰਿਤ ਦਾ ਮਤਲਬ ਕਿ ਨਿਰਭਰ ਹੁੰਦੇ ਨੇ। ਜਿਵੇਂ ਕਹਿ ਲਓ ਸਰਲ ਰੂਪ ਦੇ ਵਿੱਚ ਜਦ ਸਹਿਸਕ੍ਰਿਤੀ ਬਾਣੀ ਦੇ ਅੰਤਰਗਤ ਵਿਚਾਰ ਕੀਤੀ ਸੀ, ਨੁਕਤਾ ਸਪਸ਼ਟ ਸੀ ਉਸ ਸਮੇਂ। ਦੁਬਾਰਾ ਅਰਜ਼ ਕਰਦੇ ਹਾਂ, ਮਨ ਨੇ ਵਾਸਨਾ ਪੈਦਾ ਕੀਤੀ ਕਾਮ ਦੀ, ਜਿਨਨੇ ਉਸ ਕਾਮ ਦੀ ਵਾਸਨਾ ਨੂੰ ਪੂਰਿਆਂ ਕਰਨ ਦੇ ਵਿੱਚ ਮਦਦ ਕਰ ਦਿੱਤੀ, ਉਹਦੇ 'ਤੇ ਆ ਜਾਏਗਾ ਮੋਹ।
ਜਿੰਨੇ ਅੜਚਨ ਪੈਦਾ ਕਰ ਦਿੱਤੀ ਉਹਦੇ 'ਤੇ ਆ ਜਾਏਗਾ ਕ੍ਰੋਧ। ਇੱਕੋ ਵਿਕਾਰ ਨੇ ਅਗਲੇ ਦੋ ਵਿਕਾਰਾਂ ਨੂੰ ਜਨਮ ਦਿੱਤਾ। ਇੰਝ ਹੀ ਲੋਭ ਦੀ ਵਾਸਨਾ ਮਨ 'ਚ ਪੈਦਾ ਹੋ ਗਈ। ਜਿੰਨੇ ਮਦਦ ਕਰ ਦਿੱਤੀ ਉਹ ਮਿੱਤਰ ਬਣ ਗਿਆ, ਜਿੰਨੇ ਲੋਭ ਦੀ ਚੋਰੀ ਕਰਨ ਦੇ ਵਿੱਚ, ਕਪਟ ਕਰਨ ਦੇ ਵਿੱਚ, ਠੱਗੀ ਮਾਰਨ ਦੇ ਵਿੱਚ ਅੜਚਨ ਪੈਦਾ ਕਰ ਦਿੱਤੀ ਉਹ ਦੁਸ਼ਮਣ ਬਣ ਗਿਆ। ਇਸ ਕਰਕੇ ਵਿਕਾਰਾਂ ਦਾ ਪਰਿਵਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਹੁਣ ਕਿਵੇਂ ਹੁੰਦਾ ਮਲ ਮਲ ਨਹਾਏ, ਕਿਵੇਂ ਹੁੰਦਾ? ਹੁਣ ਇੱਕ ਕੋਈ ਕਾਂ ਛੱਪੜੀ ਦੇ ਵਿੱਚ ਨਹਾ ਰਿਹਾ ਹੋਵੇਗਾ ਚਿੱਕੜ ਭਰੀ 'ਚ, ਤਾਂ ਸਾਨੂੰ ਅੱਖਾਂ ਨਾਲ ਨਜ਼ਰ ਆ ਸਕਦਾ ਹੈ, ਪਰ ਵਿਕਾਰੀ ਬੰਦਾ ਵਾਰ-ਵਾਰ ਵਿਕਾਰਾਂ ਦੇ ਛੱਪੜ ਵਿੱਚ ਜਾ ਰਿਹਾ ਹੈ ਤਾਂ ਇਹਦਾ ਕੀ ਪ੍ਰਮਾਣ ਹੈ? ਸਾਨੂੰ ਕਿਵੇਂ ਪਤਾ ਲੱਗੇਗਾ? ਮਨੁੱਖ ਦੀ ਜ਼ਿੰਦਗੀ ਦੇ ਚਾਰ ਪੱਧਰ ਹਨ ਅੰਦਰੂਨੀ ਤੌਰ 'ਤੇ। ਇੱਕ ਹੈ ਜਦੋਂ ਉਹ ਪ੍ਰਤੱਖ ਤੌਰ 'ਤੇ ਕਰਮ ਕਰਦਾ ਹੈ, ਇੱਕ ਹੈ ਜਦੋਂ ਉਸ ਕਰਮ ਦੇ ਚਿੰਤਨ ਵਿੱਚ ਰਹਿੰਦਾ ਹੈ ਕਿ ਮੈਂ ਇੰਝ ਦਾ ਕਰਾਂਗਾ, ਸੋਚਦਾ ਹੈ ਬਾਰ-ਬਾਰ। ਇੱਕ ਉਹ ਹੈ ਕਿ ਜਦੋਂ ਚਿੰਤਨ ਇੰਨਾ ਗਹਿਰਾ ਚਲਿਆ ਜਾਂਦਾ ਹੈ ਕਿ ਜਿਵੇਂ ਅਸੀਂ ਕੁਝ ਚੀਜ਼ਾਂ ਬਾਰੇ ਦਿਨ 'ਚ ਸੋਚਦੇ ਹਾਂ ਤਾਂ ਵੱਧ ਤੋਂ ਵੱਧ ਘੰਟਾ ਸੋਚਦੇ ਹਾਂ, 2 ਘੰਟੇ ਸੋਚਦੇ ਹਾਂ, ਬਾਅਦ 'ਚ ਕੋਈ ਹੋਰ ਨਵੀਂ ਗੱਲ ਸੋਚਣ ਲੱਗ ਪੈਂਦੇ ਹਾਂ। ਪਹਿਲਾ ਪੱਧਰ ਹੈ ਕਿ ਜਦੋਂ ਪ੍ਰਤੱਖ ਤੌਰ 'ਤੇ ਉਹ ਵਿਕਾਰਾਂ ਦੇ ਕਰਮ ਨੂੰ ਭੋਗੇ, ਲੋਭ ਦੁਆਰਾ, ਕਾਮ ਦੁਆਰਾ, ਕਿਸੇ ਦੁਆਰਾ ਵੀ, ਇਹ ਪਹਿਲਾ ਕਰਮ। ਦੂਜਾ ਉਹ ਹੈ ਜਦੋਂ ਉਹਦੇ ਅੰਦਰ ਇਹਦੇ ਖਿਆਲ ਚੱਲਣ, ਕਿ ਜਦੋਂ ਕਦੇ ਵੀ ਉਹਦੇ ਅੰਦਰ ਖਿਆਲ ਚੱਲਦੇ ਰਹਿਣ ਹਰ ਵਕਤ ਵਿਕਾਰਾਂ ਦੀ ਪੂਰਤੀ ਦੇ। ਫਿਰ ਵਿਕਾਰਾਂ ਦੀ ਪੂਰਤੀ ਤੋਂ ਬਾਅਦ ਉਹਦੀ ਵਾਸਨਾ ਦੇ ਖਿਆਲ ਚੱਲਦੇ ਰਹਿਣ ਕਿ ਕੁਝ ਹੋਰ ਸਮਾਂ ਕਰ ਲੈਂਦਾ। ਜੇ 1000 ਦੀ ਠੱਗੀ ਮਾਰੀ ਤਾਂ 5000 ਦੀ ਮਾਰੀ ਅਗਲੀ ਵਾਰੀ। ਇਹ ਤੀਜਾ ਪੱਧਰ ਹੋ ਗਿਆ। ਪਹਿਲਾਂ ਪ੍ਰਤੱਖ ਤੌਰ 'ਤੇ ਵਿਕਾਰਾਂ ਦਾ ਕਰਮ ਕਰਨਾ, ਦੂਜਾ ਉਹਦੇ ਖਿਆਲਾਂ ਵਿੱਚ ਰਹਿਣਾ, ਤੀਜਾ ਵਿਕਾਰਾਂ ਦੇ ਕਰਮ ਦੀ ਪੂਰਤੀ ਤੋਂ ਬਾਅਦ ਉਹਦੀ ਵਾਸਨਾ ਦੇ ਵਿੱਚ ਰਹਿਣਾ, ਅਤੇ ਚੌਥਾ ਹੈ ਜਦੋਂ ਪੂਰੀ ਤਰ੍ਹਾਂ ਗਲਤਾਨ ਹੋ ਜਾਣਾ। ਗਲਤਾਨ ਹੋ ਜਾਣ ਦਾ ਮਤਲਬ ਹੈ ਉਹਦਾ ਬੋਲਣਾ ਵੀ ਫਿਰ ਵਿਕਾਰਾਂ 'ਚ ਹੋ ਜਾਂਦਾ, ਸੁਣਨਾ ਵੀ ਵਿਕਾਰਾਂ 'ਚ ਹੋ ਜਾਂਦਾ। ਮਤਲਬ ਕਿਸੇ ਵੀ ਚੀਜ਼ ਨੂੰ ਸੁਣੇਗਾ ਉਹਨੂੰ ਵਿਕਾਰੀ ਸੁਭਾਅ ਕਰਕੇ ਸੁਣੇਗਾ। ਉਹ ਅੰਦਰਲੇ ਉਹਦੇ ਆਪਣੇ ਵਿਕਾਰ ਵਾਲਾ ਅੰਸ਼ ਲੱਭ ਲਏਗਾ ਉਹਦੇ ਅੰਦਰ। ਉਹ ਗੀਤ ਸੰਗੀਤ ਵੀ ਸੁਣੇਗਾ, ਕੋਈ ਪੁਸਤਕ ਪੜ੍ਹੇਗਾ, ਕਿਸੇ ਤਰ੍ਹਾਂ ਦੀ ਮਜਲਿਸ ਵਿੱਚ ਬੈਠੇਗਾ, ਉਹ ਉਵੇਂ ਦੀ ਖੁਰਾਕ ਲਏਗਾ। ਅੱਜ ਦੇ ਸਮੇਂ 'ਚ ਕਦੇ ਅਸੀਂ ਇਹਨਾਂ ਗੱਲਾਂ ਨੂੰ ਵਾਚਦੇ ਨਹੀਂ ਕਿ ਗੰਦੇ ਸੰਗੀਤ ਦੀ ਭਰਮਾਰ ਕਿਉਂ ਹੋ ਰਹੀ ਹੈ, ਅਸ਼ਲੀਲਤਾ ਭਰਿਆ ਸੰਗੀਤ ਭਰਮਾਰ ਕਿਉਂ ਹੋ ਰਹੀ ਹੈ? ਕਾਰਨ ਕੀ ਹੈ? ਕਿਉਂਕਿ ਜਿਹੜੀ ਹੁਣ ਸਾਨੂੰ ਤਾਂ ਲੱਗਦਾ ਕਿ ਆਹ ਜਿਹੜੇ ਗੀਤ ਸੰਗੀਤ ਵਾਲੇ ਬੰਦੇ ਸ਼ਾਇਦ ਐਂ ਹੀ ਹੁੰਦੇ ਨੇ, ਅਨਪੜ੍ਹ ਹੀ ਹੁੰਦੇ ਨੇ। ਕਦੇ ਇਹਨਾਂ ਦਾ ਦਿਮਾਗ ਦੇਖੋ। ਮੈਂ ਕਿਸੇ ਬੜੇ ਵੱਡੇ ਸੰਗੀਤਕਾਰ ਦਾ ਜਿਹੜਾ ਵਰਤਮਾਨ ਸਮੇਂ 'ਚ ਹੈ ਉਹਨੂੰ ਸੁਣਿਆ ਤਾਂ ਉਹ ਕਹਿ ਰਿਹਾ, ਉਹਨੇ ਕਿਹਾ ਕਿ ਜਿਹੜਾ ਇਹ ਪੋਸਟ ਮਾਡਰਨਿਜ਼ਮ ਦਾ ਯੁੱਗ ਹੈ ਇਹਦੇ ਵਿੱਚ ਬੰਦੇ ਨੂੰ ਜਿਹੜੇ ਹਨ, ਕੀ ਕਹਿ ਸਕਦੇ ਉਹਨੂੰ ਅਸੀਂ ਸਰਲ ਸ਼ਬਦਾਂ ਦੇ ਵਿੱਚ, ਕਿ ਅਲਪ ਰਸ ਬੜੇ ਥੋੜ੍ਹੇ ਸਮੇਂ 'ਚ ਚਾਹੀਦੇ ਨੇ। ਮਤਲਬ ਇਹਦੇ ਅੰਦਰ ਕਾਮ ਦੀ ਉਤੇਜਨਾ, ਰੂਪ ਦੀ ਭੁੱਖ ਪੈਦਾ ਕਰ ਰਹੀ ਹੈ ਅਤੇ ਅਸੀਂ ਉਹਨੂੰ 2 ਮਿੰਟ ਦੇ ਕੰਟੈਂਟ ਵਿੱਚ ਇਹ ਚੀਜ਼ ਦੇਣੀ ਹੈ, ਤਾਂ ਕਰਕੇ ਅਸੀਂ ਆਪਣੇ ਇਸ ਸਿਲਸਿਲੇ ਵਿੱਚ ਇਹ ਚੀਜ਼ ਪਾਉਂਦੇ ਹਾਂ। ਫਿਰ ਉਹ ਬੰਦਾ ਤਾਂ ਹੀ, ਹੁਣ ਪਹਿਲੇ ਸਮਿਆਂ ਦੇ ਵਿੱਚ ਸੰਗੀਤ ਆਉਂਦਾ ਸੀ, ਉਹ ਵੀਡੀਓ ਦੀ ਕੋਈ ਲੋੜ ਨਹੀਂ ਸੀ ਹੁੰਦੀ। ਹੁਣ ਵੀਡੀਓ ਤੋਂ ਬਿਨਾਂ ਸੰਗੀਤ ਪੂਰਾ ਨਹੀਂ ਹੁੰਦਾ। ਕਾਰਨ ਕੀ ਹੈ? ਪਤਾ ਲੱਗ ਗਿਆ ਉਹਨਾਂ ਨੂੰ ਕਿ ਬੰਦਾ ਦ੍ਰਿਸ਼ ਦੀ ਮਾਰ ਦੇ ਵਿੱਚ ਜ਼ਿਆਦਾ ਆਉਂਦਾ, ਇਹਨੂੰ ਸਾਊਂਡ ਦੀ ਮਾਰ ਉਹਨਾਂ ਨੇ ਜ਼ਿਆਦਾ ਕਰਦੀ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਮਲ ਮਲ ਨਹਾਏ। ਹੁਣ ਮਲ ਮਲ ਨਹਾਏ ਦਾ ਕੀ ਹੈ ਕਿ ਜਾਂ ਤਾਂ ਪ੍ਰਤੱਖ ਤੌਰ 'ਤੇ ਬਾਰ-ਬਾਰ ਵਿਕਾਰਾਂ ਵੱਲ ਜਾਏਗਾ, ਕਿ ਸਿੱਧੀ ਚੋਰੀ ਕਰੇਗਾ, ਕਾਮ ਦੀ ਉਤੇਜਨਾ ਵੱਲ ਜਾਏਗਾ, ਕ੍ਰੋਧ ਸਵਾਰ ਹੋ ਕੇ ਬਾਰ-ਬਾਰ ਕਿਸੇ ਦੇ ਗਲ ਪਏਗਾ। ਇਹ ਤਾਂ ਪਹਿਲਾ ਹੋ ਗਿਆ ਬਾਰ-ਬਾਰ। ਉਸ ਤੋਂ ਬਾਅਦ ਖਿਆਲ ਬਾਰ-ਬਾਰ ਆਈ ਜਾਣੇ, ਇਹ ਵੀ ਮਲ ਮਲ ਕੇ ਨਹਾਉਣ ਵਾਲੀ ਗੱਲ ਹੈ। ਫਿਰ ਪੂਰਤੀ ਤੋਂ ਬਾਅਦ ਵੀ ਵਿਕਾਰਾਂ ਦੀ ਪੂਰਤੀ ਇੱਕ ਵਾਰੀ ਕਰ ਲਈ ਹੈ, ਫਿਰ ਉਹਦੀ ਵਾਸਨਾ ਲੱਗੀ ਕਿ ਦੁਬਾਰਾ ਕਦੋਂ ਮਿਲੇ ਮੌਕਾ, ਇਹ ਵੀ ਮਲ ਮਲ ਕੇ ਨਹਾਉਣ ਵਾਲੀ ਗੱਲ ਹੈ। ਅਤੇ ਗਲਤਾਨ ਰਹਿਣ ਦਾ ਮਤਲਬ ਹਰ ਵਕਤ ਉਸ ਤਰ੍ਹਾਂ ਦੀ ਹਾਲਤ ਵਿੱਚ ਰਹੀ ਜਾਣਾ, ਜਿੱਥੇ ਕਿਤੇ ਵੀ ਵਿਚਰਨਾ, ਚਾਹੇ ਗੁਰੂ ਘਰ, ਚਾਹੇ ਬਾਹਰ, ਸਮਾਜ, ਪਰਿਵਾਰ, ਕਿਤੇ ਵੀ ਹਰ ਸਮੇਂ ਉਹਦੀ ਮਨੋਦਸ਼ਾ ਦੇ ਵਿੱਚ ਇਵੇਂ ਦਾ ਰਹਿਣਾ। ਇਸ ਕਰਕੇ ਅੱਜ ਦੇ ਯੁੱਗ ਵਿੱਚ ਨਸ਼ਾ ਉੱਡੀ ਸਮੱਸਿਆ ਨਹੀਂ ਜਿੱਡੀ ਵਿਕਾਰ ਸਮੱਸਿਆ ਹੈ। ਨਸ਼ੇ ਵਾਲਾ ਬੰਦਾ ਜਦੋਂ ਨਸ਼ੇ ਨੂੰ ਗ੍ਰਹਿਣ ਕਰ ਲੈਂਦਾ ਬੇਸੁੱਧ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹ ਕਿਸੇ ਵੱਡੇ ਅਪਰਾਧ ਨੂੰ ਜਿਵੇਂ ਅੰਜਾਮ ਨਹੀਂ ਦੇ ਸਕਦਾ ਕਈ ਵਾਰੀ, ਜਦੋਂ ਉਹਦਾ ਸਰੀਰ ਬੇਸੁੱਧ ਹੋ ਗਿਆ। ਪਰ ਵਿਕਾਰੀ ਬੰਦਾ ਹਰ ਵਕਤ ਨਸ਼ੇ 'ਚ ਰਹਿੰਦਾ ਹੈ, ਉਹਨੇ ਹਰ ਵਕਤ ਨਸ਼ੇ 'ਚ ਰਹਿਣਾ। ਉਹ ਕਿਸੇ ਤਰ੍ਹਾਂ ਦੇ ਕੰਮ ਨੂੰ ਵੀ ਅੰਜਾਮ ਦੇ ਸਕਦਾ। ਕਿਵੇਂ ਦੇ ਸਕਦਾ ਹੈ? ਜਦ ਅਖਬਾਰਾਂ ਪੜ੍ਹਦੇ ਗੌਰ ਨਾਲ ਪੜ੍ਹਿਆ ਕਰੋ, ਜੇ ਕੋਈ ਪੜ੍ਹਦਾ ਹੈ ਤਾਂ ਐਵੇਂ ਸਵਾਦ ਲੈਣ ਨਹੀਂ ਪੜ੍ਹਨਾ ਚਾਹੀਦਾ। ਦੇਖਣਾ ਚਾਹੀਦਾ ਕਿ ਸਾਡੀ ਸੁਸਾਇਟੀ ਕਿੱਥੇ ਚੱਲ ਗਈ ਹੈ।
ਆਮ ਲੋਕ ਅਖਬਾਰ ਨੂੰ ਇਨਫੋਰਮੇਸ਼ਨ ਅਕਰਿੰਗ ਦੇ ਨੁਕਤੇ ਤੋਂ ਪੜ੍ਹਦੇ ਨੇ ਕਿ ਮੈਨੂੰ ਪਤਾ ਲੱਗ ਜਾਏ ਕਿ ਫਲਾਣੇ ਜ਼ਿਲ੍ਹੇ 'ਚ ਕੀ ਹੋਇਆ। ਇਸ ਨੁਕਤੇ ਤੋਂ ਕਦੇ ਨਹੀਂ। ਜੇ ਪੜ੍ਹਨਾ ਤਾਂ ਦੇਖੋ ਕਿ ਜਿਸ ਸਮਾਜ 'ਚ ਅਸੀਂ ਰਹਿ ਰਹੇ ਹਾਂ ਇਹ ਕਿੰਨਾ ਜ਼ਿਆਦਾ ਬਿਮਾਰ ਹੋ ਚੁੱਕਿਆ ਕਿ ਇਹਦੇ ਵਿੱਚ ਇਸ ਤਰ੍ਹਾਂ ਦੇ ਕਰੂਰ ਵਰਤਾਰੇ ਵੀ ਸਾਹਮਣੇ ਆ ਰਹੇ ਨੇ। ਜਿਹੜਾ ਪਹਿਲਾਂ ਜ਼ਿਕਰ ਕੀਤਾ ਕਿ ਕੰਮ ਦੀ ਜਿਹੜੀ ਪੂਰਤੀ ਉਤੇਜਨਾ ਦੀ ਉਹਦੀ ਕਰਨ ਲੱਗ ਪਿਆ। ਕਈ ਵਾਰੀ ਦੇਖਿਆ ਕਿ ਉਹਦੇ ਵਿੱਚ ਜਿੰਨੇ ਮਦਦ ਕਰਤੀ ਫਿਰ ਉਹਦੇ ਜੀਵਨ ਨੂੰ ਪਲੀਤ ਕਰ ਦਿੰਦੇ ਨੇ, ਜਿੰਨੇ ਉਹਦੇ ਵਿੱਚ ਅੜਚਨ ਪੈਦਾ ਕੀਤੀ ਉਹਦਾ ਕਤਲ ਕਰ ਦਿੰਦੇ ਨੇ। ਇਸ ਕਰਕੇ ਇਹ ਸਰਲ ਜਿਹਾ ਵਰਤਾਰਾ ਹੈ ਕਿ ਆਪਣਾ ਜੀਵਨ ਹੁਣ ਇੱਕ ਨਸ਼ੇ ਵਾਲਾ ਬੰਦਾ, ਤੁਲਨਾ ਕਰ ਲਈਏ, ਇੱਕ ਨਸ਼ੇ ਵਾਲਾ ਬੰਦਾ ਦਿਨ ਦੇ ਵਿੱਚ 1000 ਮਿਲੀਲੀਟਰ ਨਸ਼ਾ ਲੈਂਦਾ ਕੋਈ ਕਿਸੇ ਤਰ੍ਹਾਂ ਦਾ। ਜਦੋਂ ਉਹਨੂੰ ਪੂਰਾ ਗ੍ਰਹਿਣ ਕਰ ਲੇ, ਕੀ ਤੁਹਾਡੇ ਖਿਆਲ ਉਹ ਚੱਲਣ ਜੋਗਾ ਰਹੇਗਾ? ਉਹ ਕਿਤੇ ਨਾ ਕਿਤੇ ਡਿੱਗ ਪਏਗਾ, ਜਾਂ ਘਰ ਦੇ ਵਿੱਚ ਜਾਂ ਬਾਹਰ ਦੇ ਵਿੱਚ। ਪਰ ਵਿਕਾਰੀ ਬੰਦਾ ਜਿਸ ਨਸ਼ੇ ਵਿੱਚ ਰਹਿ ਰਿਹਾ ਹੈ ਉਹਦੇ ਨਸ਼ੇ ਦੀ ਪੂਰਤੀ ਉਹਨੂੰ ਕਿਸੇ ਸਮੇਂ ਵੀ ਉਹਦੇ ਕੋਲੋਂ ਮੰਦ ਕਰਮ ਕਰਵਾ ਸਕਦੀ ਹੈ, ਕਿਸੇ ਸਮੇਂ ਵੀ। ਕਦੇ ਵੀ ਕ੍ਰੋਧ ਦੇ ਅਧੀਨ ਹੋ ਕੇ ਦੂਜੇ ਦਾ ਜੀਵਨ ਸਮਾਪਤ ਕਰ ਦੇ, ਲੋਭ ਦੇ ਵੱਸ ਹੋ ਕੇ ਦੂਜੇ ਦੇ ਜੀਵਨ ਦਾ ਸਾਰਾ ਕੁਝ ਹਰਨ ਕਰ ਲਵੇ, ਕਾਮ ਦੇ ਵੱਸ ਹੋ ਕੇ ਸਾਰਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਸਤ ਸੰਗਤ ਤਾਂ ਕਹੀ ਜਾਂਦੀ ਹੈ ਕਿ ਉੱਚੇ ਵਿਚਾਰਾਂ ਦੀ ਇੱਥੇ ਖੁਰਾਕ ਮਿਲਦੀ ਹੈ ਅਤੇ ਉੱਚੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਮਸਤਕ ਉੱਜਲ ਹੁੰਦਾ ਹੈ। ਜਦੋਂ ਮਸਤਕ ਉੱਜਲ ਹੋਵੇ ਤਾਂ ਫਿਰ ਕਰਮ ਖਿਆਲ ਉੱਜਲ ਬਣਦੇ ਨੇ। ਜਦੋਂ ਖਿਆਲ ਉੱਜਲ ਹੋਣ ਤਾਂ ਫਿਰ ਬੰਦੇ ਦੇ ਕਰਮ ਉੱਜਲ ਬਣਦੇ। ਜਦੋਂ ਕਰਮ ਉੱਜਲ ਹੋਣ ਤਾਂ ਫਿਰ ਸੰਸਕਾਰ ਉੱਜਲ ਬਣਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਵਕਾਰਾਂ ਵਾਲੇ ਜੀਵ ਵਕਾਰਾਂ ਦੀ ਤਰਫ ਹੀ ਬਾਰ-ਬਾਰ ਜਾਂਦੇ ਨੇ। ਕਿਉਂ ਜਾਂਦੇ ਨੇ? ਕਾਰਨ ਇਹ ਹੈ ਕਿ ਪਹਿਲਾਂ ਅੰਦਰ ਜਿਹੜਾ ਵਕਾਰਾਂ ਦੇ ਨਾਲ ਗ੍ਰਸਤ ਹੋ ਗਿਆ ਹੈ। ਮਨ ਤਨ ਮੈਲਾ ਅਵਗੁਣੀ ਚਿੰਝ ਭਰੀ ਗੰਦੀ ਆਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਨ ਤਨ ਮੈਲਾ। ਐਸੇ ਵਿਕਾਰੀ ਪੁਰਸ਼ਾਂ ਦਾ ਮਨ ਅਤੇ ਤਨ ਦੋਵੇਂ ਮੈਲਾ ਹੋ ਜਾਂਦਾ। ਜਿਵੇਂ ਸਾਨੂੰ ਅਸੀਂ ਮੈਲ ਬਾਰੇ ਸਰਲ ਸਮਝਣਾ ਹੋਵੇ, ਸਾਡੇ ਸਰੀਰ 'ਤੇ ਕਿਸੇ ਦਫਾ ਮੈਲ ਹੋਵੇ ਨਾ ਚਿਹਰੇ 'ਤੇ ਸਰੀਰ 'ਤੇ, ਤਾਂ ਥੋੜ੍ਹੀ ਜਿਹੀ ਰਗੜ ਪੈਦਾ ਕਰੀਏ ਤਾਂ ਮੈਲ ਉੱਗੜ ਆਉਂਦੀ ਹੈ। ਮਨ ਤਨ ਮੈਲਾ ਦਾ ਭਾਵ ਕੀ ਹੈ ਕਿ ਜਦੋਂ ਉਹਨੂੰ ਇਸ ਤਰ੍ਹਾਂ ਦਾ ਮੌਕਾ ਮਿਲਿਆ ਮਨ ਨੂੰ, ਉਹਨੇ ਇਸ ਤਰ੍ਹਾਂ ਦਾ ਸੁਭਾਅ ਪੈਦਾ ਕਰ ਦੇਣਾ ਕਿ ਤਨ ਨੇ ਵਿਕਾਰਾਂ ਦੀ ਤਰਫ ਉਲਾਰ ਹੋ ਜਾਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਐਸੇ ਪੁਰਸ਼ਾਂ ਦਾ ਮਨ ਤਨ ਮੈਲਾ ਹੋ ਜਾਂਦਾ ਅਤੇ ਅਵਗੁਣਾਂ ਦੇ ਨਾਲ ਭਰ ਜਾਂਦੇ ਨੇ। ਹੁਣ ਅਵਗੁਣਾਂ ਦੇ ਨਾਲ ਕਿਵੇਂ ਭਰ ਜਾਂਦੇ ਨੇ? ਜਦ ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਤੱਕ ਅੰਦਰ ਵਿਕਾਰ ਨਹੀਂ, ਲੋਭ ਦਾ ਵਿਕਾਰ ਨਹੀਂ ਪੈਦਾ ਹੋਇਆ, ਉਦੋਂ ਤੱਕ ਨਾ ਤਾਂ ਠੱਗ ਬਣ ਸਕਦਾ, ਨਾ ਚੋਰ ਬਣ ਸਕਦਾ, ਨਾ ਬੇਈਮਾਨ ਬਣ ਸਕਦਾ। ਕਾਰਨ ਕੀ ਹੈ ਕਿ ਲੋਭ ਕਰਕੇ ਜਾਂ ਤਾਂ ਫਿਰ ਚੋਰੀ ਕਰਨੀ ਪੈਂਦੀ ਹੈ, ਜਾਂ ਕਪਟ ਕਰਨਾ ਪੈਂਦਾ, ਜਾਂ ਠੱਗੀ ਕਰਨੀ ਪੈਂਦੀ ਹੈ, ਜਾਂ ਨਜਾਇਜ਼ ਕਿਸਮ ਦਾ ਅਪਹਰਣ ਕਰਨਾ ਪੈਂਦਾ। ਇਸ ਕਰਕੇ ਵਕਾਰ ਅੱਗੇ ਅਵਗੁਣਾਂ ਨੂੰ ਜਨਮ ਦਿੰਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਐਸੇ ਪੁਰਸ਼ਾਂ ਦਾ ਜੀਵਨ ਬਾਰ-ਬਾਰ ਜਿਵੇਂ ਕਊਆ ਮਲ ਮਲ ਕੇ ਨਹਾਉਂਦਾ ਅਤੇ ਬਾਰ-ਬਾਰ ਚਿੱਕੜ ਵੱਧ ਲੱਗਦਾ ਜਾਂਦਾ ਉਹਨੂੰ, ਇਵੇਂ ਹੀ ਵਿਕਾਰਾਂ ਵਿੱਚ ਰਹਿਣ ਕਰ ਕਰਕੇ ਮਨ ਅਤੇ ਤਨ ਦੋਵੇਂ ਮੈਲੇ ਹੋ ਜਾਂਦੇ ਹਨ। ਮਤਲਬ ਦੇਹ ਵੀ ਇੰਨੀ ਜ਼ਿਆਦਾ। ਇਸ ਕਰਕੇ ਸਾਨੂੰ ਜਿਹੜਾ ਗੁਰੂ ਸਾਹਿਬ ਜੀ ਨੇ ਅਭਿਆਸ ਸੰਪੂਰਨ ਕਿਸਮ ਦੇ ਦਿੱਤੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਚਿੰਝ ਭਰੀ ਗੰਦੀ ਆਏ। ਫਿਰ ਚਿੰਝ ਦਾ ਭਾਵ ਚੁੰਝ। ਕਹਿੰਦੇ ਫਿਰ ਉਹ ਜਿਵੇਂ ਕਊਏ ਦੇ ਮੁੱਖ 'ਚ ਜਿਹੜੀ ਬਦਬੂ, ਜਿਹੜੀ ਗੰਦਗੀ ਭਰ ਜਾਂਦੀ ਹੈ, ਇਵੇਂ ਜਿਹੜੇ ਵਿਕਾਰੀ ਪੁਰਸ਼ ਹਨ ਉਹਨਾਂ ਦੇ ਕਹਿਣ ਦੇ ਵਿੱਚ ਉਹ ਵਿਕਾਰਾਂ ਦੀ ਸਾਰੀ ਮਾੜੀ ਉਤੇਜਨਾ ਦੀ ਮਾੜੀ ਪ੍ਰੇਰਨਾ ਸ਼ਾਮਲ ਹੋ ਜਾਂਦੀ ਹੈ। ਉਹਨਾਂ ਕੋਲ ਉਹੋ ਜਿਹਾ ਹੀ ਜ਼ਿਕਰ ਮਿਲੇਗਾ, ਜਾਂ ਨਿੰਦਿਆ ਭਰਿਆ ਜਾਂ ਵਿਕਾਰਾਂ ਦੀ ਖਸਲਤ ਵਾਲਾ। ਇਸ ਕਰਕੇ ਕਦੇ ਆਪਣੀ ਇੱਕ ਦਿਨ ਦੀ ਗੱਲਬਾਤ ਨੂੰ ਵੀ ਵਾਚਣਾ ਚਾਹੀਦਾ ਜੀਵਨ ਦੇ ਵਿੱਚ, ਕਿ ਸਾਡੀ ਗੱਲਬਾਤ ਕਿਹੜੇ ਤੱਤਾਂ ਤੋਂ ਪ੍ਰੇਰਿਤ ਹੈ ਜਿਹੜਾ ਅਸੀਂ ਸਾਰਾ ਕੁਝ ਬੋਲਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਚਿੰਝ ਭਰੀ ਗੰਦੀ ਆਏ, ਕਿ ਉਹਨਾਂ ਦੇ ਮੁੱਖ ਦੇ ਵਿੱਚ ਫਿਰ ਉਹ ਦੁਰਗੰਧ ਆਉਂਦੀ ਹੈ ਵਿਕਾਰਾਂ ਦੀ। ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੀ ਦੁਰਗੰਧ ਆਉਂਦੀ ਹੈ, ਔਰ ਜੀਵਨ ਦੇ ਵਿੱਚ ਬੜਾ ਕਦੇ ਅਸੀਂ ਚੀਜ਼ਾਂ ਬਾਰੇ ਨਹੀਂ ਪੜ੍ਹਦੇ ਸਮਝਦੇ ਬਹੁਤਾ। ਸਾਡਾ ਪੰਜਾਬੀ ਸੁਸਾਇਟੀ ਦਾ ਸੁਭਾਅ ਨਹੀਂ ਹੈ। ਸਿਆਣੇ ਪੁਰਖ ਆਖਦੇ ਹਨ, ਜਿਵੇਂ ਹੁਣ ਕਈ ਦਫਾ ਕੋਈ ਗੱਲ ਅਸੀਂ ਕਹਿ ਦਿੰਦੇ ਹਾਂ ਕਥਾ ਦੇ ਵਿੱਚ, ਬਾਅਦ 'ਚ ਖੁਦ ਵਾਚੀਦਾ ਕਿ ਕਈ ਕਿਉਂ ਹੈ। ਜਿਵੇਂ ਆਮ ਕਰਕੇ ਕਹੀਦਾ ਕਿ ਨੇਤਰ ਬੰਦ ਕਰੋ। ਜਿਹੜੀ ਕਾਮ ਦੀ ਉਤੇਜਨਾ ਸਭ ਤੋਂ ਵਾਧਾ ਨੇਤਰਾਂ ਦੁਆਰਾ ਭੋਗੀ ਜਾਂਦੀ, ਸਭ ਤੋਂ ਜ਼ਿਆਦਾ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਹੈ, ਉੱਥੇ ਗੁਰੂ ਸਾਹਿਬ ਜੀ ਨੇ ਥੋੜ੍ਹਾ ਕਿਹਾ ਕਿ ਸ਼ਰਵਣ ਇਹ ਕੰਮ ਨਾ ਕਰਨ, ਉੱਥੇ ਕਿਹਾ ਪਰ ਤੇਰੇ ਰੂਪ ਨਾ ਪੇਖੈ ਨੇਤਰ। ਨੇਤਰ ਕਿਹਾ ਹੋਇਆ ਉੱਥੇ।
ਉੱਥੇ ਗੁਰੂ ਸਾਹਿਬ ਨੇ ਕੰਨ ਤਾਂ ਕਿਹਾ ਨਹੀਂ ਹੋਇਆ। ਕਾਰਨ ਕੀ ਹੈ ਕਿ ਅੱਖ ਸਭ ਤੋਂ ਪਹਿਲਾਂ ਜਲਦੀ ਬੋਧ ਪੈਦਾ ਕਰਦੀ, ਬਹੁਤ ਜਲਦੀ। ਕਿਸੇ ਚੀਜ਼ ਨੂੰ ਦੇਖਿਆ ਉਸੇ ਵਕਤ ਹੀ ਪਤਾ ਲੱਗ ਗਿਆ ਉਹਦੇ ਚੰਗੇ ਮਾੜੇ ਸੁੰਦਰ ਕਰੂਪ ਹੋਣ ਦਾ। ਇਸ ਕਰਕੇ ਸਾਨੂੰ ਇਹ ਸੰਸਕਾਰ ਦਿੱਤੇ ਜਾਂਦੇ ਨੇ ਕਿ ਨੇਤਰ ਮੁੰਦ ਕੇ ਬੈਠੋ। ਮੁੰਦ ਕੇ ਬੈਠਣ ਦਾ ਭਾਵ ਕੀ ਹੈ ਕਿ ਜਿਹੜੀ ਗਿਆਨ ਦੀ ਊਰਜਾ ਸਾਡੇ ਅੰਦਰ ਪ੍ਰਵੇਸ਼ ਕਰਨੀ ਹੈ ਉਹ ਬਾਹਰ ਨਾ ਪਰਿਵਰਤਿਤ ਹੋਵੇ, ਉਹ ਸਾਡੇ ਅੰਦਰ ਹੀ ਸੰਮਿਲਿਤ ਹੋਵੇ। ਅਤੇ ਸਾਡਾ ਕੀ ਸੁਭਾਅ ਹੈ? ਸਾਡਾ ਸੁਭਾਅ ਤਾਂ ਸਾਡਾ ਸਿਰ 'ਚ ਮਤਲਬ 360 ਡਿਗਰੀ ਦੇ ਹਿਸਾਬ ਨਾਲ ਘੁਮਾਉਣ ਵਾਲਾ ਹੈ। ਪੂਰਾ ਮੁਆਇਨਾ ਰੱਖਦੇ ਕਿ ਕਿੰਨੇ ਜਾਣੇ ਆਏ ਨੇ, ਕਿੰਨੇ ਗਏ ਨੇ। ਇਸ ਕਰਕੇ ਗੁਰੂ ਸਾਹਿਬ ਜ਼ਿਕਰ ਕਰਦੇ ਹਨ, ਚਿੰਝ ਭਰੀ ਗੰਦੀ ਆਏ, ਕਿ ਆਪਣੇ ਜੀਵਨ ਦੇ ਵਿੱਚ ਇਸ ਕਰਕੇ ਸਾਨੂੰ, ਜੇ ਅਸੀਂ ਸਤਸੰਗੀ ਹਾਂ, ਸਾਡਾ ਦੇਖਣਾ, ਸੁਣਨਾ, ਸਪਰਸ਼ ਕਰਨਾ, ਬੋਲਣਾ, ਇਹ ਸਾਡਾ ਪੂਰਾ ਦਾ ਪੂਰਾ ਸੱਤ ਦੀ ਵਿਚਾਰ ਦੇ ਨਾਲ ਜੁੜਿਆ ਹੋਣਾ ਚਾਹੀਦਾ। ਹੁਣ ਜਿਵੇਂ ਕਈ ਸਾਨੂੰ ਪੁੱਛਣਗੇ, ਤੁਸੀਂ TV ਨਹੀਂ ਦੇਖਦੇ ਜੀ, ਕਦੇ ਲੈਪਟਾਪ ਨਹੀਂ ਦੇਖਦੇ, ਤਾਂ ਲੋੜ ਨਹੀਂ ਹੈ। ਪਤਾ ਹੈ ਕਿ ਦ੍ਰਿਸ਼ ਦੇ ਨਾਲ ਮਨ ਜਲਦੀ ਪ੍ਰਭਾਵਿਤ ਹੁੰਦਾ, ਲੋੜ ਨਹੀਂ ਹੈ। ਸਵੇਰੇ ਜੇ ਸੱਤ ਦੀ ਵਿਚਾਰ ਦ੍ਰਿੜ ਕੀਤੀ ਹੈ ਤਾਂ ਸਾਰਾ ਦਿਨ ਉਹਦੀ ਪਵਿੱਤਰਤਾ ਨੂੰ ਬਣਾ ਕੇ ਰੱਖਣਾ, ਫਿਰ ਇਹਦੇ ਤੋਂ ਦੂਰੀ ਆਪਣੇ ਆਪ ਰੱਖਣੀ ਪਏਗੀ। ਫਿਰ ਕਹਿਣਗੇ ਜੀ ਸੁਣਦੇ ਨਹੀਂ। ਸੁਣਨਾ ਵੀ ਕਿਉਂ ਹੈ? ਸਾਡੇ ਕੋਲ ਤਾਂ ਗੁਰੂ ਸ਼ਬਦ, ਹੁਣ ਕੋਈ ਪੰਜਾਬੀ ਸੰਗੀਤ ਦਾ ਕੋਈ ਹਲਕਾ ਫੁਲਕਾ ਗਾਣਾ ਲੈ ਲਓ, ਕਿੰਨਾ ਕੁ ਉਹਨੂੰ ਗਹਿਰਾ ਵਾਚ ਲਓਗੇ? ਉਹ ਤਾਂ ਪਹਿਲਾਂ ਹੈ ਹੀ ਮਨ ਦੇ ਆਪ ਉਦਰੇਪਣ 'ਚੋਂ, ਵਿਕਾਰ 'ਚੋਂ ਪੈਦਾ, ਉਹਨੂੰ ਕੀ ਵਾਚੋਗੇ? ਸਾਡੇ ਕੋਲੋਂ ਤਾਂ ਗੁਰੂ ਸ਼ਬਦ ਦਾ ਸਾਗਰ ਹੈ, ਰੋਜ਼ ਰੋਜ਼ ਖੋਜੀਦਾ, ਰੋਜ਼ ਰੋਜ਼ ਗੁਰੂ ਕਿਰਪਾ ਸਦਕਾ ਪੜ੍ਹੀਦਾ, ਵਾਚੀਦਾ, ਸਮਝੀਦਾ। ਇਹ ਹੋਰ ਗਹਿਰਾ ਚਲਿਆ ਜਾਂਦਾ ਹੈ ਅਤੇ ਇਹਦੇ ਵਿੱਚ ਗਹਿਰਾਈ ਦੇ ਵਿੱਚ ਜਾਣ ਦੇ ਨਾਲ ਆਪਣਾ ਆਪ ਬੈਲੈਂਸ ਰਹਿੰਦਾ ਹੈ। ਗੀਤ ਸੰਗੀਤ ਦੀ ਜਿਹੜੀ ਕਾਮਕ ਉਤੇਜਨਾ ਵਾਲੀ, ਵਿਕਾਰਾਂ ਵਾਲੀ ਭਟਕਣ ਹੈ, ਉਹਦੇ ਵਿੱਚ ਤਾਂ ਬੰਦਾ ਗਰਕ ਹੁੰਦਾ ਹੈ। ਇਹਦੇ ਵਿੱਚ ਜਾ ਕੇ ਤਾਂ ਬੰਦੇ ਦਾ ਜੀਵਨ ਸੰਤੁਲਿਤ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਚਿੰਝ ਭਰੀ ਗੰਦੀ ਆਏ। ਜਿਹੜੇ ਵਿਕਾਰਾਂ ਵਿੱਚ ਲਿਪਤ ਬੰਦੇ ਹਨ, ਕਦੇ ਜੀਵਨ ਦੇ ਵਿੱਚ ਇਹਨਾਂ ਗੱਲਾਂ ਨੂੰ ਵਾਚ ਲੈਣਾ। ਜਿਹੜੇ ਵਰਤਮਾਨ ਸਮੇਂ 'ਚ ਅਭਿਨੇਤਾ ਕਿਸਮ ਦੇ ਲੋਕ ਹੁੰਦੇ ਨੇ, ਇਹਨਾਂ ਦੇ ਜੀਵਨ ਦਾ ਬਹੁਤਾ ਕੁਝ ਬਾਹਰ ਨਹੀਂ ਆਉਂਦਾ, ਪਰ ਕਦੇ ਦੇਖਣਾ ਇਹਨਾਂ ਤੋਂ ਵੱਧ ਕੁਚੀਲ ਬੰਦਾ ਕੋਈ ਨਹੀਂ ਹੁੰਦਾ। ਸਿਰੇ ਦੇ ਕੁਚੀਲ ਬੰਦੇ ਹੁੰਦੇ ਨੇ। ਕੁਚੀਲ ਦਾ ਮਤਲਬ ਅੱਤ ਮੈਲਿਆਂ ਤੋਂ ਵੀ ਮੈਲੇ। ਇਹਨਾਂ ਦੇ ਅੰਦਰੂਨੀ ਜੀਵਨ ਨੂੰ ਕਿਤੇ ਪੜ੍ਹੀਏ, ਦੇਖੀਏ ਜਾਂ ਕਿਤੇ ਪਤਾ ਲੱਗੇ ਤਾਂ ਹੈਰਾਨ ਹੋ ਜਾਓਗੇ ਕਿ ਜਿਹਨੂੰ ਕਹਿੰਦੇ ਹੋ ਮੈਨੂੰ ਗੀਤ ਦੁਆਰਾ, ਫਿਲਮ ਦੁਆਰਾ ਪ੍ਰੇਰਣਾ ਮਿਲ ਗਈ, ਇਹਨਾਂ ਬੰਦਿਆਂ ਦਾ ਨਿੱਜ ਜੀਵਨ ਦੇਖੋ, ਅੱਤ ਕੁਚੀਲ ਹੁੰਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਚਿੰਝ ਭਰੀ ਗੰਦੀ ਆਏ। ਹੁਣ ਇਹ ਨਹੀਂ, ਹੁਣ ਉਦਾਹਰਨ ਦੇ ਤੌਰ 'ਤੇ ਆਪ ਜੀ ਸਮਝੋਗੇ ਇਹ ਬਾਤ ਕਿਉਂ ਚੱਲ ਰਹੀ ਹੈ? ਇਹ ਬਾਤ ਇਹ ਚੱਲ ਰਹੀ ਹੈ, ਹੋ ਸਕਦਾ ਸਾਡੀ ਆਮ ਪਰਿਵਾਰ ਦੇ ਵਿੱਚ ਕੋਈ ਬੰਦਾ ਸਾਨੂੰ ਵਿਕਾਰਾਂ ਬਾਰੇ ਬੋਲ ਕੇ ਨਾ ਦੱਸਦਾ ਹੋਵੇ, ਜਾਂ ਉਹਦੀ ਬੋਲਣੀ ਤੋਂ ਵਿਕਾਰ ਨਾ ਪ੍ਰਗਟ ਹੁੰਦੇ ਹੋਣ, ਮਤਲਬ ਕ੍ਰੋਧ ਦੀ, ਕਾਮ ਦੀ, ਲੋਭ ਦੀ ਪ੍ਰੇਰਣਾ ਜਾਂ ਗੱਲਬਾਤ ਸਾਨੂੰ ਨਾ ਮਿਲਦੀ ਹੋਵੇ। ਫਿਰ ਕਿੱਥੋਂ ਮਿਲ ਰਹੀ ਹੈ? ਫਿਰ ਸਾਡੇ ਆਲੇ ਦੁਆਲੇ ਜਿੰਨੇ ਆ ਸਾਰੇ ਤਕਨੀਕ ਦੇ ਸਾਧਨ ਨੇ, ਇਹਨਾਂ ਵਿੱਚ ਪਈ ਹੋਈ ਹੈ ਕਿ ਵਿਕਾਰ ਦਾ ਚਿੱਕੜ ਸਾਡੀ ਉਂਗਲੀ ਤੱਕ ਪਹੁੰਚਿਆ ਹੋਇਆ ਹੈ। ਮੋਬਾਈਲ ਫੜਦੇ ਹਾਂ, ਉਹ ਵਿਕਾਰ ਦਾ ਚਿੱਕੜ ਹੈ। ਬਸ ਤੁਸੀਂ ਇੱਕ ਵਾਰੀ ਸਪਰਸ਼ ਕਰੋ, ਉਹ ਤੁਹਾਡੇ ਸਾਹਮਣੇ ਹਜ਼ਾਰਾਂ ਤਰ੍ਹਾਂ ਦਾ ਸੰਸਾਰ ਖੋਲ੍ਹ ਦੇਵੇਗਾ ਅਤੇ ਸਾਡੇ ਦ੍ਰਿਸ਼ ਦੇਖਣ ਦੀ ਚਾਹਤ ਵੱਧਦੀ ਜਾਏਗੀ, ਵੱਧਦੀ ਜਾਏਗੀ। ਉੱਥੇ ਜਾ ਕੇ ਲੈ ਜਾਏਗੀ ਕਿ ਇੱਕ ਕੀ ਮਾਈਕਰੋ ਸੈਕਿੰਡ ਦਾ ਕੀਤਾ ਹੋਇਆ ਸਪਰਸ਼ ਸਾਡੇ ਮਨ ਦੀਆਂ ਵਿਕਾਰੀ ਉਤੇਜਨਾ ਨੂੰ ਹਜ਼ਾਰਾਂ ਗੁਣਾ ਇੱਕ ਸਕਿੰਟ ਦੇ ਵਿੱਚ ਵਧਾ ਦੇਵੇਗਾ। ਇੱਕ ਸਪਰਸ਼ ਹੀ ਹੈ ਬਸ, ਉਹਦੇ ਵਿੱਚ ਸਪਰਸ਼ ਕਰਦੇ ਹੋ, ਅੱਗੇ ਅੱਗੇ ਗੱਲ ਚਲੀ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਚਿੰਝ ਭਰੀ ਗੰਦੀ ਆਏ। ਅੱਗੇ ਜ਼ਿਕਰ ਕਰਦੇ ਹਨ, ਸਰਵਰ ਹੰਸ ਨਾ ਜਾਣਿਆ। ਜਿਹੜੇ ਉੱਤਮ ਵਾਲੇ ਜੀਵਨ ਵਾਲੇ ਸਨ, ਕਹਿੰਦੇ ਹੰਸ ਨਾ ਜਾਣਿਆ, ਉਹਨਾਂ ਨੇ ਇਸ ਗੱਲ ਨੂੰ ਨਹੀਂ ਜਾਣਿਆ। ਕਾਗ ਗੁਪੰਖੀ ਸੰਗ। ਹੁਣ ਜੀਵਨ ਦੇ ਵਿੱਚ ਕਈ ਵਾਰੀ ਬੰਦਾ ਇਸ ਤਰ੍ਹਾਂ ਵੀ ਮਾਰਿਆ ਜਾਂਦਾ ਕਿ ਭਾਵੇਂ ਜਿਹੜਾ ਫਲਾਣਾ ਸੰਬੰਧੀ, ਭਾਵੇਂ ਉਹ ਵਿਕਾਰੀ ਹੈ ਜਾਂ ਉਹ ਮਾੜੇ ਜੀਵਨ ਵਾਲਾ ਹੈ ਜਾਂ ਮਨਮੁਖਤਾ ਦਾ ਸੁਭਾਅ ਹੈ, ਪਰ ਫਿਰ ਵੀ ਅਸੀਂ ਉਹਦੇ ਨਾਲ ਚੱਲਣ ਲੱਗ ਪੈਂਦੇ। ਨਹੀਂ, ਸਾਡਾ ਰਿਸ਼ਤੇਦਾਰ ਲੱਗਦਾ। ਦਲੀਲ ਇਹ ਦਿੰਦੇ ਹਾਂ, ਕੀ ਕਰੀਏ, ਰਿਸ਼ਤੇਦਾਰ ਹੈ ਜੀ, ਨਾਲ ਚੱਲਣਾ ਪੈਂਦਾ। ਭੈਣ ਭਰਾ ਲੱਗਦਾ ਹੈ ਜੀ। ਗੁਰੂ ਸਾਹਿਬ ਜੀ ਕਹਿੰਦੇ, ਸਰਵਰ ਹੰਸ ਨਾ ਜਾਣਿਆ, ਕਾਗ ਕੁਪੰਖੀ ਸੰਗ। ਇਹਦੇ ਬਾਰੇ ਕਹਾਣੀ ਕਹੀ ਜਾਂਦੀ, ਉਹ ਪਹਿਲਾਂ ਦੱਸ ਦਿਆ ਤਾਂ ਕਿ ਵਿਸ਼ਾ ਸਪਸ਼ਟ ਹੋ ਜਾਏ। ਕਹਿੰਦੇ ਕਿਸੇ ਕਾਂ ਚਲ ਗਿਆ ਮਾਨ ਸਰੋਵਰ, ਜਿੱਥੇ ਹੰਸ ਰਹਿੰਦੇ ਸਨ। ਉਹਨੇ ਜਾ ਕੇ ਕਿਸੇ ਹੰਸ ਨਾਲ ਪਾ ਲਈ ਯਾਰੀ ਅਤੇ ਕਹਿੰਦਾ, ਆ ਕਿਸੇ ਦਿਨ ਮੈਂ ਤੈਨੂੰ ਆਪਣਾ ਦੇਸ਼ ਦਿਖਾ ਕੇ ਲਿਆਵਾਂ। ਹੰਸ ਨੂੰ ਕਹਿਣ ਲੱਗਾ, ਹੰਸ ਕਹਿਣ ਲੱਗਾ ਚਲੋ ਚੱਲਦੇ ਹਾਂ।
ਹੰਸ ਚੱਲ ਕੇ ਆ ਗਿਆ ਕਾਂ ਦੇ ਨਾਲ। ਉੱਥੇ ਜਿੱਥੇ ਉਹ ਰਹਿੰਦਾ ਸੀ ਕਾਂ, ਉਸ ਰੁੱਖ 'ਤੇ ਜਿਹੜਾ ਰਾਜ ਕਿਸੇ ਰਾਜੇ ਦੇ ਦਰਬਾਰ ਦੇ ਅੰਦਰ ਸੀ, ਜਿੱਥੇ ਆਮ ਰਾਜਾ ਕਚਹਿਰੀ ਲਗਾਇਆ ਕਰਦਾ ਸੀ, ਉਹ ਕਾਂ ਉੱਥੇ ਰਹਿੰਦਾ ਸੀ। ਅਤੇ ਉੱਥੇ ਕਿਤੇ ਹੰਸ ਨੂੰ ਬਿਠਾ ਤਾ ਹੇਠਾਂ। ਆਪ ਕਹਿਣ ਲੱਗਾ ਮੇਰਾ ਟਿਕਾਣਾ ਉੱਪਰ ਹੈ, ਨਾ ਮੈਂ ਉੱਪਰੋਂ ਹੋ ਆਵਾਂ। ਉੱਪਰ ਜਾ ਕੇ ਬਹਿ ਗਿਆ। ਉੱਪਰ ਬੈਠ ਕੇ ਬੈਠਾ ਆਦਿ ਕਰ ਦਿੱਤੀ। ਉਹ ਰਾਜੇ ਦੀ ਪੋਸ਼ਾਕ 'ਤੇ ਪੈ ਗਈ। ਉਹਨਾਂ ਸਮਝਿਆ ਕਿਤੇ ਹੰਸ ਨੇ ਕੀਤੀ। ਹੰਸ ਨੂੰ ਫੜ ਕੇ ਉਹਨਾਂ ਨੇ ਕੁੱਟਿਆ, ਮਾਰਿਆ। ਹੰਸ ਨੂੰ ਸਖਤ ਤਰੀਕੇ ਦੀ ਸਜ਼ਾ ਦਿੱਤੀ। ਅਤੇ ਹੰਸ ਉਸ ਵਕਤ ਦੁਖੀ ਹੋਇਆ। ਉਹ ਕਵੇ ਕਿ ਮੈਂ ਨਹੀਂ ਹਾਂ, ਅਸਲ 'ਚ ਇਹ ਕਾਂ ਨੇ ਕੀਤਾ ਹੈ। ਪਰ ਉਸ ਨਾਲ ਦੋਸਤੀ ਹੋਣ ਕਰਕੇ ਹੰਸ ਨੂੰ ਵੀ ਮਾਰ ਪਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ। ਹੰਸ ਉਂਝ ਕਿੰਨੀ ਉੱਚਾ ਮਾਣ ਪਾਉਣ ਵਾਲਾ, ਮਾਨ ਸਰੋਵਰ 'ਤੇ ਰਹਿੰਦਾ, ਇੰਨੀ ਉਚਾਈ 'ਤੇ ਮੋਤੀਆਂ ਰੂਪ ਖੁਰਾਕ ਗ੍ਰਹਿਣ ਕਰਦਾ ਹੈ। ਜਿਵੇਂ ਆਪਣੇ ਜੀਵਨ ਦੀ ਅਸੀਂ ਗੱਲ ਕਰ ਲਈਏ, ਸਵੇਰੇ ਸੁਣੀ ਹੈ ਕਥਾ, ਘੰਟਾ ਅੱਧਾ ਘੰਟਾ ਜਿੰਨਾ ਵੀ ਸਮਾਂ, ਇਹ ਹੈ ਸਾਡੀ ਹੰਸ ਬਿਰਤੀ, ਜਿਹੜੇ ਸਵੇਰੇ ਕਥਾ ਦੀ ਗਿਆਨ ਰੂਪ ਮੋਤੀਆਂ ਰੂਪ ਚੰਗੀ ਖੁਰਾਕ ਲੈ ਰਹੀ ਹੈ। ਬਾਅਦ ਚੱਲ ਗਏ ਗੁਰੂ ਘਰ ਤੋਂ ਬਾਅਦ ਆਪਣੇ ਪਰਿਵਾਰ ਸਮਾਜ ਦੇ ਵਿੱਚ। ਫਿਰ ਉਸ ਬੰਦੇ ਨੇੜੇ ਬੈਠੇ ਜਿਹੜਾ ਇਸ ਕਾਂ ਵਰਗਾ ਸੀ, ਜਿਹਦੀ ਚੁੰਝ ਦੇ ਵਿੱਚ ਹਮੇਸ਼ਾ ਗੰਦ ਭਰਿਆ ਰਹਿੰਦਾ, ਉਹਦੇ ਨੇੜੇ ਜਾ ਕੇ ਬਹਿ ਗਏ। ਕਦੇ ਦੇਖ ਲਓ, ਕਦੇ ਮੈਂ ਬਹੁਤ ਦਫਾ ਇਸ ਗੱਲ ਦਾ ਨਿਰਣਾ ਮੈਂ ਕਰਦਾ, ਸਤ ਸੰਗਤ ਕਰਨੀ ਕਿੰਨੀ ਕੁ ਔਖੀ ਹੈ, ਤਾਂ ਬੜੀ ਔਖੀ ਹੈ। ਹੁਣ ਸਾਡੇ ਸਮਾਜ ਦੇ ਸਾਰੇ ਗੁਰਮੁਖ ਤਾਂ ਹੈ ਨਹੀਂ, ਮਨਮੁਖਤਾ ਦੇ ਨਾਲ ਸਮਾਜ ਭਰਿਆ। ਗੁਰਦੁਆਰੇ ਦੀ ਦਹਿਲੀਜ਼ ਤੋਂ ਬਾਹਰ ਹੀ ਮਨਮੁਖਤਾ ਸ਼ੁਰੂ ਕਰ ਦਿੰਦੇ ਅਸੀਂ। ਇੱਥੇ ਪਤਾ ਨਹੀਂ ਕਿਵੇਂ ਸ਼ਾਂਤ ਬੈਠੇ ਰਹਿੰਦੇ ਹਾਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਹੰਸ ਨਾ ਜਾਣਿਆ। ਉਂਝ ਵਿਚਾਰਾ ਚੰਗਾ ਭਲਾ ਮਾੜਾ ਮੋਟਾ ਉੱਡਣ ਦਾ ਯਤਨ ਕੀਤਾ ਸੀ, ਹੁਣ ਕਦੇ ਦੇਖਣਾ। ਜਦੋਂ ਪੰਛੀ ਉੱਪਰ ਨੂੰ ਉੱਠਦੇ ਨਾ, ਬਹੁਤ ਜ਼ਿਆਦਾ ਉਹਨਾਂ ਨੂੰ ਆਪਣੇ ਖੰਭ ਮਾਰਨੇ ਪੈਂਦੇ। ਜਦੋਂ ਕਈ ਵਾਰੀ ਡਾਊਨ ਜ਼ਮੀਨ 'ਤੇ ਆਉਂਦੇ ਨੇ, ਤਾਂ ਉਹ ਛੂਟ ਜੀ ਵੱਟ ਲੈਂਦੇ ਨੇ, ਸਿੱਧਾ ਹੀ ਜ਼ਮੀਨ 'ਤੇ ਆ ਜਾਂਦੇ ਨੇ। ਮਨ ਨੂੰ ਉਚਾਈ ਦੇਣੀ ਹੈ ਗਿਆਨ ਦੇ ਨਾਲ, ਤਾਂ ਕਈ ਮਹੀਨੇ ਕਈ ਸਾਲ ਲੱਗਣਗੇ। ਨਿਵਾਣ ਦੇਣੀ ਹੈ ਤਾਂ 1 ਘੰਟਾ ਲੱਗੇਗਾ। ਕਿਸੇ ਮਾੜੇ ਬੰਦੇ ਦੀ ਸੰਗਤ 'ਚ ਬਹਿ ਜਾਓ, ਝੱਟ ਹੀ ਮਨ ਮੰਨ ਜਾਏਗਾ। ਕਦੇ ਕਿਸੇ ਬੰਦੇ ਨੇ ਮੇਰੇ ਸਾਹਮਣੇ ਇਹ ਜ਼ਿਕਰ ਨਹੀਂ ਕੀਤਾ ਕਿ ਜਦੋਂ ਅਸੀਂ ਆਮ ਗੱਲਾਂ ਬਾਤਾਂ ਜਾਂ ਵਕਾਰਾਂ ਦੀਆਂ ਗੱਲਾਂ ਬਾਤਾਂ ਜਾਂ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਈ। ਸਿਰਫ ਕਥਾ ਦੇ ਮਸਲੇ 'ਚ ਕਿਹਾ ਜਾਂਦਾ, ਸਾਨੂੰ ਸਮਝ ਨਹੀਂ ਆਈ। ਕਾਰਨ ਕੀ ਹੈ ਕਿ ਉੱਧਰ ਤਾਲਮੇਲ ਜ਼ਿਆਦਾ ਬਣਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ, ਕਿ ਸਾਡੇ ਜੀਵਨ ਦੇ ਵਿੱਚ ਇਹ 2 ਬਿਰਤੀਆਂ ਕੰਮ ਕਰਦੀਆਂ ਨੇ। ਆਮ ਦੇਖੇ ਹੋਣਗੇ ਕਾਂ ਗੰਦਗੀ ਦੇ ਵਿੱਚ ਚੁੰਝਾਂ ਮਾਰਦੇ ਹੋਏ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਹੰਸ ਵਰਗਾ ਬਣਾਇਆ ਨਹੀਂ, ਹੰਸ ਵਰਗੀ ਖੁਰਾਕ ਨਹੀਂ ਗ੍ਰਹਿਣ ਕੀਤੀ, ਹੰਸ ਵਰਗੀ ਪਵਿੱਤਰਤਾ ਵਾਲਾ ਜੀਵਨ ਨਹੀਂ ਕਮਾਇਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਕਈ ਵਾਰੀ ਕਾਵਾਂ ਵਰਗੇ ਵਿਕਾਰੀ ਪੁਰਖਾਂ ਦੀ ਸੰਗਤ ਵਿੱਚ ਬੈਠ ਜਾਂਦੇ ਨੇ। ਕਾਵਾਂ ਦਾ ਆਪਣਾ ਜੀਵਨ ਤਾਂ ਗੰਦਗੀ ਦੇ ਨਾਲ ਲਿਬੜਿਆ ਹੁੰਦਾ ਹੈ। ਉਹਨਾਂ ਦਾ ਸੰਗ ਕਰਕੇ ਕੁਪੰਖੀ, ਕਿ ਜਿਹੜਾ ਉਲਟਾ ਜੀਵਨ ਸਿਖਾਉਂਦੇ ਨੇ, ਉਹਨਾਂ ਦੀ ਸੰਗ ਕਰਕੇ ਕਈ ਵਾਰੀ ਹੰਸਾਂ ਨੂੰ ਵੀ ਮਾਰ ਪੈਂਦੀ ਹੈ। ਹੰਸਾਂ ਨੂੰ ਮਾਰ ਪੈਣ ਦਾ ਭਾਵ ਕੀ ਹੈ ਕਿ ਉਂਝ ਆਪਣਾ ਜੀਵਨ ਚੰਗਾ, ਪਰ ਕਾਵਾਂ ਦੇ ਨਾਲ ਦੋਸਤੀ ਹੋਣ ਕਰਕੇ ਜੀਵਨ ਦੇ ਵਿੱਚ ਦੁੱਖ ਭੋਗਦੇ ਨੇ। ਭਾਵ ਕਿ ਵਿਕਾਰੀ ਪੁਰਖਾਂ ਦਾ ਸੰਗ ਬੰਦੇ ਦੇ ਦਾਮਨ ਨੂੰ ਮੈਲਾ ਕਰ ਦਿੰਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਵੈਸ ਤੇ ਤਬ ਪੁੱਛੈ ਧਰਮ ਰਾਏ। ਹੁਣ ਜਿਵੇਂ ਝੋਨੇ ਦੀ ਫਸਲ ਵੱਢ ਲਿਆਉਂਦੇ ਆ, ਚੌਲ ਪ੍ਰਾਪਤ ਕਰਨੇ, ਹੁਣ ਉਹਨਾਂ ਦੇ ਵਿੱਚੋਂ ਤਾਂ ਕੀ ਕਰੀਦਾ, ਝੋਨੇ ਨੂੰ ਪਾ ਕੇ ਮਸ਼ੀਨ ਦੇ ਵਿੱਚ ਦਲੀ ਮਲੀ ਦਾ ਹੈ, ਅਤੇ ਉਹਦੇ ਉੱਪਰਲੇ ਜਿਹੜਾ ਛਿਲਕਾ ਹੈ ਉਹਨੂੰ ਹੀ ਸੱਟ ਪੈਂਦੀ ਹੈ, ਫਿਰ ਉਹੀ ਚੂਰ ਚੂਰ ਹੋ ਜਾਂਦਾ ਹੈ, ਚਾਵਲ ਦਾ ਦਾਣਾ ਤਾਂ ਬਚ ਜਾਂਦਾ। ਇਸੇ ਤਰ੍ਹਾਂ ਕਹਿੰਦੇ ਸੰਗ ਕੁਸੰਗੀ, ਮਾੜੇ ਦੇ ਸੰਗ ਬੈਠਿਆਂ ਉਹਦਾ ਤਾਂ ਆਪਣਾ ਜੀਵਨ ਜਿੱਥੇ ਹੈ ਉੱਥੇ ਰਹੇਗਾ, ਪਰ ਉਹ ਤੁਹਾਡੇ ਜੀਵਨ ਨੂੰ ਬੜਾ ਪ੍ਰਭਾਵਿਤ ਕਰੇਗਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਵੀ ਕਿਹਾ ਹੈ, ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਉਹ ਫਰਮਾਉਂਦੇ ਹਨ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹਿਰਮ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੀਰ। ਜਿਵੇਂ ਅਸੀਂ ਆਮ ਕਰਦੇ ਹਾਂ ਜ਼ਿਕਰ ਜਿਹੜਾ ਪਹਿਲਾਂ ਕੀਤਾ ਹੈ, ਪਤਾ ਵੀ ਹੁੰਦਾ ਕਿ ਬੰਦਾ ਵਿਕਾਰੀ ਹੈ, ਮਨਮੁਖ ਹੈ ਸਿਰੇ ਦਾ, ਕਦੇ ਗੁਰੂ ਘਰ ਵਾਲੇ ਦੇ ਕਦਮ ਨਹੀਂ ਗਏ, ਪਰ ਸਾਡਾ ਚਾਚਾ ਤਾਇਆ ਲੱਗਦਾ ਜੀ, ਕੀ ਕਰੀਏ, ਜਾਣਾ ਪੈਣਾ ਸਾਨੂੰ ਉੱਧਰ।
ਤਾਂ ਹੁੰਦਾ ਕੀ ਹੈ, ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਕੇਲੇ ਦਾ ਰੁੱਖ ਨੇ ਸਮਝਿਆ ਕਿ ਚਲੋ ਬੇਰੀ ਇਹਦੇ ਨੇੜੇ ਮੈਂ ਉੱਗ ਪੈਨਾ, ਤਾਂ ਹੋਇਆ ਕਿ ਜਿੱਦਣ ਹਵਾ ਆਈ ਬੇਰੀ ਨੇ ਆਪਣਾ ਨਾਚ ਕੀਤਾ, ਕੇਲਾ ਸਮਝੇ ਕਿ ਮੇਰਾ ਸੰਗੀ ਹੈ ਰੁੱਖ, ਉਹ ਵੀ ਵਿਚਾਰਾ ਆਪਣੇ ਲੰਬੇ ਲੰਬੇ ਪੱਤੇ ਉਧਰਲੇ ਪਾਸੇ ਮਾਰੇ। ਪਰ ਬੇਰੀ ਦਾ ਸੁਭਾਅ ਕੀ ਸੀ, ਉਹਦੇ ਪੱਤਿਆਂ ਦੇ ਉੱਪਰ ਜਿਹੜੇ ਕੰਢੇ ਹੁੰਦੇ ਨੇ, ਉਹਨੇ ਕੇਲੇ ਦੇ ਰੁੱਖ ਦੇ ਜਿਹੜੇ ਪੱਤੇ ਸਨ ਉਹਨਾਂ ਨੂੰ ਲੀਰ ਲੀਰ ਕਰ ਦਿੱਤਾ। ਕਹਿੰਦੇ ਕੁਸੰਗ ਦੀ ਮਾਰ ਬੰਦੇ ਨੂੰ ਇੰਜ ਪੈਂਦੀ ਹੈ, ਮੈਂ ਖੁਦ ਦੇਖੀ ਹੋਈ ਜੀਵਨ ਦੇ ਵਿੱਚ। ਕਈ ਬੰਦਿਆਂ ਨੂੰ ਨਿੱਜੀ ਪ੍ਰੇਰਣਾ ਕਰਕੇ ਮਾਲਕ ਦੇ ਮਾਰਗ ਵੱਲ ਥੋੜ੍ਹਾ ਥੋੜ੍ਹਾ ਜੋੜਿਆ, ਸਾਲ ਭਰ ਜੋੜਦੇ ਰਹੇ, 2 ਸਾਲ 5 ਸਾਲ ਤੱਕ ਮਿਹਨਤ ਕੀਤੀ ਉਹਦੇ 'ਤੇ, ਉਹ ਪਤਾ ਨਹੀਂ ਕਿਸ ਦੀ ਮਾੜੀ ਸੰਗਤ ਵਿੱਚ ਬੈਠ ਗਿਆ, 5 ਸਾਲਾਂ ਦੀ ਮਿਹਨਤ 1 ਘੰਟੇ ਦੇ ਵਿੱਚ ਹੀ ਤਬਾਹ ਹੋ ਗਈ। ਇਸ ਕਰਕੇ ਕੁਸੰਗ ਦੀ ਮਾਰ ਬਹੁਤ ਭੈੜੀ ਪੈਂਦੀ ਹੈ ਬੰਦੇ ਨੂੰ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਰਵਰ ਹੰਸ ਨਾ ਜਾਣਿਆ, ਕਿ ਮਨੁੱਖਾ ਜੀਵਨ ਇਸ ਗੱਲ ਨੂੰ ਨਹੀਂ ਸਮਝਿਆ। ਇਸ ਕਰਕੇ ਜੀਵਨ ਦੇ ਵਿੱਚ ਕਥਾ ਸੁਣਨ ਨੂੰ ਕਦੇ ਹਲਕੇਪਨ 'ਚ ਨਾ ਲੈ ਲੈਣਾ, ਸਮਝ ਲੈਣਾ ਕਿ ਸਾਨੂੰ ਗਿਆਨ ਦੀ ਉਚਾਈ ਇਸ ਨੁਕਤੇ 'ਤੇ ਹੀ ਮਿਲ ਰਹੀ ਹੈ। ਅਸੀਂ 12-15 ਸਾਲ ਸਕੂਲਾਂ 'ਚ ਸਾਰੇ ਪੜ੍ਹੇ ਹਾਂ, ਕਦੇ ਕੋਈ ਅਧਿਆਪਕ ਨੇ ਕਿਤੇ ਵਿਸ਼ੇ ਦੇ ਉੱਪਰ ਇੰਨਾ ਲੰਬਾ ਲੈਕਚਰ ਦਿੱਤਾ ਹੋਵੇ? ਉਹ ਆਪਣਾ ਸਿਲੇਬਸ ਕਰਾਉਂਦੇ ਸਨ ਅਤੇ ਇਮਤਿਹਾਨਾਂ ਤੱਕ ਮਤਲਬ ਰੱਖ ਕੇ ਚਲੋ ਜੀ ਮੇਰਾ ਕੰਮ ਸਮਾਪਤ, ਤੁਹਾਡਾ ਕੰਮ ਉੱਥੇ ਜਿੱਥੇ ਮਰਜ਼ੀ। ਅਸੀਂ ਸਾਰੀ ਜ਼ਿੰਦਗੀ 'ਚ ਕਦੇ ਵਾਚੇ ਗਿਆਨ ਦੀ ਸਾਧਨਾ ਅਸੀਂ ਕਰਦੇ ਕਿੱਥੇ ਹਾਂ, ਕਿ ਚੀਜ਼ਾਂ ਹੈ ਕਿਵੇਂ ਨੇ, ਉਹਨਾਂ ਨੂੰ ਸਮਝਣਾ ਕਿਵੇਂ ਆ, ਉਹਨਾਂ ਦੀ ਠੀਕ ਸਮਝ ਕਿਵੇਂ ਪੈਦਾ ਕਰਨੀ ਹੈ। ਇਹ ਕੰਮ ਤਾਂ ਸਾਰੀ ਜ਼ਿੰਦਗੀ ਅਸੀਂ ਕਰਦੇ ਨਹੀਂ ਹਾਂ। ਜੇ ਮੰਨ ਲਓ ਕੋਈ ਬੰਦਾ ਬਹੁਤ ਵੱਡੀ ਡਾਕਟਰੇਟ ਵੀ ਕਰ ਲੈਂਦਾ ਹੈ, ਤਾਂ ਡਾਕਟਰੇਟ ਵੀ ਤਾਂ ਇਸੇ ਲਾਲਚ ਨਾਲ ਕੀਤੀ ਜਾਂਦੀ ਹੈ ਕਿ ਮੇਰੇ ਨਾਂ ਨਾਲ ਡਾਕਟਰ ਲੱਗ ਜਾਏ ਜਾਂ ਮੇਰੇ ਨਾਂ 'ਤੇ ਕੋਈ ਮੈਨੂੰ ਵੱਡੀ ਡਿਗਰੀ ਮਿਲ ਜਾਏ। ਉਹਦੇ ਵਿੱਚ ਵੀ ਕਈ ਵਾਰੀ ਗਿਆਨ ਸਾਧਨਾ ਨਹੀਂ ਹੁੰਦੀ। ਗਿਆਨ ਸਾਧਨਾ ਸਤਸੰਗਤ ਵਿੱਚ ਹੀ ਹੁੰਦੀ ਹੈ। ਕਿ ਹੁਣ ਜਿਹੜੀ ਅਸੀਂ ਕਥਾ ਸੁਣਨੇ, ਇਹਨੂੰ ਸੁਣਨ ਦੇ ਨਾਲ ਸਾਡਾ ਕੋਈ ਬੈਂਕ ਬੈਲੈਂਸ ਥੋੜ੍ਹਾ ਵੱਧ ਜਾਣਾ, ਪਰ ਇਹਦੇ ਸੁਣਨ ਦੇ ਨਾਲ ਸਾਡਾ ਅੰਦਰ ਇੰਨਾ ਪਵਿੱਤਰ ਹੋ ਜਾਣਾ, ਇੰਨਾ ਨਿਰਮਲ ਹੋ ਜਾਣਾ ਹੈ ਕਿ ਉਹਦੇ ਪਵਿੱਤਰਤਾ ਦੇ ਵਿੱਚੋਂ ਕੀਤੇ ਹੋਏ ਪਵਿੱਤਰ ਕਰਮਾਂ ਦੇ ਨਾਲ ਸਾਡਾ ਮੁੱਖ ਉਜਲਾ ਹੋ ਜਾਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਵਰ ਹੰਸ ਨਾ ਜਾਣਿਆ। ਹੰਸ ਆਪ ਪਵਿੱਤਰਤਾ ਵਾਲਾ ਸੀ, ਪਰ ਗੁਰੂ ਸਾਹਿਬ ਜੀ ਕਹਿੰਦੇ ਕਾਗ ਕੁਪੰਖੀ ਸੰਗ, ਮਾੜੇ ਪੁਰਖਾਂ ਦਾ ਸੰਗ ਕਰ ਲਿਆ, ਸਾਕਤ ਸਿਉ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਾਕਤ ਪੁਰਸ਼ਾਂ ਦੇ ਨਾਲ। ਸਾਕਤ ਦਾ ਪੁਰਸ਼ ਹੈ ਕਿ ਜਿਹੜਾ ਹਰ ਪੱਖ ਤੋਂ ਸਾਨੂੰ ਮਾਇਆ ਦੀ ਭਟਕਣ ਵੱਲ ਜੋੜ ਦੇਵੇ, ਸਾਡੇ ਦੇਖਣ ਨੂੰ ਕਾਮ ਉਤੇਜਨਾ ਨਾਲ ਜੋੜ ਦੇਵੇ, ਸਾਡੇ ਸੁਣਨ ਨੂੰ ਨਿੰਦਿਆ ਦੇ ਨਾਲ ਜੋੜ ਦੇਵੇ, ਸਾਡੇ ਸਪਰਸ਼ ਨੂੰ ਮਾੜੇ ਸਪਰਸ਼ ਨਾਲ ਜੋੜ ਦੇਵੇ, ਸਾਡੇ ਯਤਨ ਨੂੰ ਜਿਹੜਾ ਹੈ ਉਹ ਕਿਸੇ ਗਲਤ ਕਦਮ ਦੀ ਤਰਫ ਲੈ ਜਾਵੇ, ਉਹਨੂੰ ਸਾਕਤ ਪੁਰਸ਼ ਕਿਹਾ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਕਤ ਸਿਉ ਐਸੀ ਪ੍ਰੀਤ ਹੈ, ਜਿਹੜੇ ਸਾਕਤ ਪੁਰਸ਼ਾਂ ਦੇ ਨਾਲ ਜੀਵਨ ਵਿੱਚ ਵਿਚਰਦੇ ਹਨ, ਬੂਝੋ ਗਿਆਨੀ ਰੰਗ। ਗੁਰੂ ਸਾਹਿਬ ਜੀ ਆਖਦੇ ਗਿਆਨੀ ਹੋ ਕੇ ਇਸ ਗੱਲ ਨੂੰ ਪ੍ਰੇਮ ਦੇ ਨਾਲ ਬੁੱਝੋ, ਸਮਝੋ ਕਿ ਸਾਕਤ ਦਾ ਸੰਗ ਕਰਕੇ ਬੰਦੇ ਨੂੰ ਐਸੀ ਮਾਰ ਪੈਂਦੀ ਹੈ। ਹੁਣ ਜ਼ਿਕਰ ਕਰਦੇ ਹਾਂ ਸਾਕਤ ਦਾ ਬੜਾ ਵਿਸਤਾਰ। ਸਾਕਤ ਦਾ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਪਰਮੇਸ਼ਰ ਦੀ ਇਸਤਰੀ ਰੂਪ ਦੇ ਵਿੱਚ ਪੂਜਾ ਕਰਦਾ ਉਹਨੂੰ ਵੀ ਸਾਕਤ ਕਿਹਾ ਜਾਂਦਾ। ਜਿਵੇਂ ਕਹਿ ਲਓ ਮਾਤਾ ਨੂੰ ਪੂਜਦੇ ਨੇ ਜਿਹੜੇ, ਇਹਨਾਂ ਨੂੰ ਵੀ ਸਾਕਤ ਕਿਹਾ ਜਾਂਦਾ ਕਿ ਉਹ ਇਸਤਰੀ ਰੂਪ ਦੇ ਵਿੱਚ ਮਾਲਕ ਨੂੰ ਪੂਜ ਰਿਹਾ, ਮਾਲਕ ਪੁਰਖ ਹੈ। ਹੁਣ ਦੇਖੋ ਸਾਡੇ ਇਹੋ ਜਿਹੇ ਸੰਗੀ ਹੈ ਕਿ ਨਹੀਂ, ਬੜੇ ਹੋਣਗੇ ਇਸ ਤਰ੍ਹਾਂ ਦੇ। ਇਸ ਕਰਕੇ ਪਰਮੇਸ਼ਰ ਦੀ ਇਸਤਰੀ ਰੂਪ ਦੇ ਵਿੱਚ, ਸ਼ਕਤੀ ਰੂਪ ਦੇ ਵਿੱਚ ਪੂਜਾ ਕਰਨ ਵਾਲਾ ਬੰਦਾ ਵੀ ਸਾਕਤ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਸਾਕਤ ਸਿਉ ਐਸੀ ਪ੍ਰੀਤ ਹੈ, ਸਾਕਤ ਪੁਰਸ਼ਾਂ ਦੇ ਨਾਲ ਇਹੋ ਜਿਹੀ ਪ੍ਰੀਤ ਕਰਕੇ ਇੰਝ ਹੀ ਜੀਵਨ ਦੀ ਮਾਰ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬੂਝੋ ਗਿਆਨੀ ਰੰਗ। ਹੁਣ ਸਾਕਤ ਦੇ ਵਿੱਚ ਹੋਰ ਵੀ ਬੜੇ ਤਰ੍ਹਾਂ ਦੇ ਬੰਦੇ ਆਉਂਦੇ ਹਨ। ਜਿਹੜੇ ਬੰਦੇ ਮਹੀਨੇ ਦੇ ਵਿੱਚ 15 ਵਾਰੀ ਮਾਸ ਸ਼ਰਾਬ ਪੀਂਦੇ ਨੇ, ਵੀ ਸਾਕਤਾਂ ਵਿੱਚ ਆਉਂਦੇ ਨੇ, ਕਿਉਂਕਿ ਜਿਹੜਾ ਸਾਕਤ ਪੰਥ ਹੈ ਉਹਦੇ ਵਿੱਚ 5 ਤਰ੍ਹਾਂ ਦੀਆਂ ਕਿਰਿਆਵਾਂ ਚੱਲਦੀਆਂ ਨੇ। ਮਦਰਾ, ਮਾਸ, ਮੈਥੁਨ, ਮੈਤਰੀ। ਜਿਹੜੇ ਕਈ ਵਾਰੀ ਸਾਨੂੰ ਸਮਾਜ 'ਚ ਬੰਦੇ ਮਿਲ ਜਾਂਦੇ ਨਾ, ਜਦੋਂ ਕਦੇ ਸ਼ਰਾਬ ਕਬਾਬ ਪੀਣਗੇ ਤਾਂ 5 ਬੰਦਿਆਂ ਨੂੰ ਜ਼ਰੂਰ ਇਕੱਠਾ ਕਰਨਗੇ, ਉਹਨਾਂ ਇਕੱਲਿਆਂ ਕੋਈ ਪੀਤੀ ਨਹੀਂ ਜਾਂਦੀ। ਅਤੇ ਜਿਹੜੇ ਸਾਕਤ ਮੱਤ ਹੈ ਪੂਰਾ ਭਾਰਤ ਦੇ ਵਿੱਚ, ਇੱਕ ਪੰਥ ਹੈ ਪੂਰਾ ਦਾ ਪੂਰਾ, ਉਹ ਵੀ ਇੰਝ ਕਰਦੇ ਸਨ ਕਿ ਉਹਨਾਂ ਨੇ ਪਹਿਲਾਂ ਸਾਰੀ ਮੰਡਲੀ ਇਕੱਠੀ ਕਰ ਲੈਣੀ, ਫਿਰ ਸ਼ਰਾਬ ਇੱਕ ਵੱਡੇ ਡੋਲ 'ਚ ਘੋਲ ਲੈਣੀ, ਉਹਦੇ ਨਾਲ ਮਾਸ ਖਾਣਾ ਅਤੇ ਮਾਸ ਦੇ ਵਿੱਚ ਇੱਕ ਦੂਜੇ ਦੀ ਜੂਠ ਖਾਣੀ। ਅਤੇ ਹੁਣ ਸਾਡੇ ਸੰਬੰਧੀ ਇਹੋ ਜਿਹੇ ਕਿਹੜੇ ਨਹੀਂ ਹੈਗੇ, ਕਿਸੇ ਨਾ ਕਿਸੇ ਦੇ ਤਾਂ ਹੋਣਗੇ ਹੀ। ਅਸੀਂ ਜਾਂਦੇ ਉਹਨਾਂ ਦੇ ਨੇੜੇ ਬੜਾ ਸੱਜ ਫੱਬ ਕੇ ਬੈਠਦੇ ਹਾਂ,
ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਕਤ ਸਿਓ ਐਸੀ ਪ੍ਰੀਤ ਹੈ, ਇਹਨਾਂ ਦੇ ਨਾਲ ਪ੍ਰੀਤ ਕੀਤੀ ਹੋਈ ਬੰਦੇ ਨੂੰ ਕੁਸੰਗ ਦੀ ਮਾਰ ਪਾਉਂਦੀ ਹੈ। ਬੂਝੋ ਗਿਆਨੀ ਰੰਗ, ਗੁਰੂ ਦੇ ਬਚਨ ਨੂੰ ਪ੍ਰੇਮ ਦੇ ਸੁਭਾਅ ਕਰਕੇ ਬੂਝੋ ਕਿ ਸਾਕਤ ਪੁਰਸ਼ ਕਿਵੇਂ ਕਿਵੇਂ ਸਾਨੂੰ ਪ੍ਰਭਾਵਿਤ ਕਰਦੇ ਹਨ। ਸੰਤ ਸਭਾ, ਫਿਰ ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੁਣ ਇਸ ਸਾਰੇ ਤੋਂ ਹਟਣਾ ਹੈ ਕਿ ਜਿਹੜਾ ਮਨ ਵਿਕਾਰਾਂ ਦੇ ਨਾਲ ਗ੍ਰਸਤ ਹੋ ਕੇ ਬਾਰ-ਬਾਰ ਵਿਕਾਰਾਂ ਦੀ ਹਵਸ ਵੱਲ, ਉਹਨਾਂ ਦੀ ਪੂਰਤੀ ਵੱਲ, ਉਹਨਾਂ ਦੀ ਭਟਕਣ ਵੱਲ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਅਵਗੁਣਾਂ ਨਾਲ ਭਰ ਕੇ ਮੈਲਾ ਗੰਦਾ ਕਰੀ ਜਾ ਰਿਹਾ, ਇਸ ਮਨ ਦਾ ਹੱਲ ਕੀ ਕਰਨਾ ਹੈ? ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਸੰਤ ਸਭਾ ਜੈਕਾਰ ਕਰ। ਹੁਣ ਕਾਵਾਂ ਦੀ ਬਜਾਏ ਸੰਤ ਪੁਰਖਾਂ ਦੀ ਸੰਗਤ ਦੇ ਵਿੱਚ ਬੈਠਣ ਦਾ ਯਤਨ ਕਰ। ਸੰਤ ਪੁਰਖ ਹੋ ਜਿਨ੍ਹਾਂ ਦੇ ਜੀਵਨ ਵਿੱਚ ਵਿਕਾਰਾਂ ਦੀ ਬਜਾਏ ਮਾਲਕ ਦੇ ਰਾਮ ਨਾਮ ਦੀ ਧੁਨ ਚੱਲਦੀ ਹੈ, ਜਿਨ੍ਹਾਂ ਦੇ ਕਦਮ ਮਾਲਕ ਦੀ ਬੰਦਗੀ ਵੱਲ ਭੱਜਦੇ ਹਨ ਅਤੇ ਜਿਨ੍ਹਾਂ ਦਾ ਦੇਹ ਦਾ ਸਾਰਾ ਬਲ ਸੇਵਾ ਦੇ ਸ਼ੁਭ ਕਰਮ ਵਿੱਚ, ਮਾਨਵਤਾ ਦੀ ਪਰਉਪਕਾਰਤਾ ਵਿੱਚ ਲੱਗਿਆ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਸਭਾ ਦੇ ਵਿੱਚ ਜੈਕਾਰ ਕਰ। ਜੈਕਾਰ ਕਿਹਦੀ ਕਰਨੀ ਹੈ? ਕਿ ਮਾਲਕ ਦੇ ਗੁਣਾਂ ਦੀ ਉਚਾਰਨ ਕਰ। ਜਪਜੀ ਸਾਹਿਬ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਐਸਾ ਨਾਮ ਨਿਰੰਜਨ ਹੋਏ, ਕਿ ਮਾਲਕ ਦਾ ਨਾਮ ਕਾਲਖ ਤੋਂ ਰਹਿਤ ਕਰਨ ਵਾਲਾ ਹੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਸੰਤਾਂ ਦੀ ਸਭਾ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦੀ ਸਿਫਤ ਨੂੰ ਉਚਾਰਨ ਕਰ, ਬਾਰ-ਬਾਰ ਯਤਨ ਕਰ, ਗੁਰਮੁਖ ਕਰਮ ਕਮਾਓ। ਅਤੇ ਜਿਹੜੇ ਉਹ ਕਰਮ ਦ੍ਰਿੜ ਕਰਾਉਂਦੇ ਹਨ ਸੰਤ ਪੁਰਖ, ਸਾਡੇ ਲਈ ਗੁਰੂ ਹੀ ਸੰਤ ਰੂਪ ਹੈ, ਗੁਰੂ ਹੀ ਸਾਧ ਰੂਪ ਹੈ, ਗੁਰੂ ਹੀ ਗੁਰਮੁਖ ਰੂਪ ਹੈ। ਤਾਂ ਕਹਿੰਦੇ ਫਿਰ ਉੱਥੇ ਉਹ ਕਰਮ ਦ੍ਰਿੜ ਕਰ ਜਿਹੜੇ ਤੇਰਾ ਗੁਰਮੁਖਤਾ ਵਾਲਾ ਜੀਵਨ ਬਣਾਉਣ। ਜਿਵੇਂ ਮੰਨ ਲਓ ਕਿ ਅਸੀਂ ਹੁਣ ਚੋਰੀ ਕਰਦੇ ਹੋਈਏ ਅਤੇ ਕੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਉਪਦੇਸ਼ ਇਸ ਗੱਲ ਦੀ ਪ੍ਰਵਾਨਗੀ ਦਿੰਦਾ? ਨਹੀਂ ਦਿੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਕਰਮ ਕਰਨ ਦੇ ਬਾਅਦ ਦੇ ਵਿੱਚ ਦ੍ਰਿੜ ਕਰ ਜਿਹੜਾ ਤੇਰਾ ਗੁਰੂ ਵੱਲ, ਤੇਰੀ ਜਿਹੜੀ ਹੈ ਤੇਰੇ ਸਫ਼ਰ ਨੂੰ ਵਧਾਉਣ, ਤੇਰੀ ਗੁਰੂ ਦੇ ਨਾਲ ਨੇੜਤਾ ਵੱਧਦਾ ਜਾਵੇ। ਉਹ ਸਾਰੇ ਕਰਮਾਂ ਦਾ ਸਹਾਰਾ ਲੈ, ਉਹਨਾਂ ਸਾਰੇ ਕਰਮਾਂ ਦਾ ਅਨੁਸਰਣ ਕਰ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇੰਜ ਦਾ ਅਭਿਆਸ ਕਰਦੇ ਹਨ ਫਿਰ ਗੁਰੂ ਰੂਪ ਜੋ ਤੀਰਥ ਹੈ। ਇਸ ਕਰਕੇ ਗੁਰੂ ਦਾ ਭਾਵ ਜੋ ਗਿਆਨ ਦਾ ਵੱਡਾ ਮੁਜੱਸਮ ਹੈ, ਜਦੋਂ ਉਹਦੀ ਵਿਚਾਰ ਨੂੰ ਕਥਾ ਦੁਆਰਾ ਦ੍ਰਿੜ ਕੀਤਾ ਜਾਂਦਾ ਹੈ ਅਤੇ ਸਾਡਾ ਅਧਿਆਤਮਿਕ ਕਿਸਮ ਦਾ ਇਸ਼ਨਾਨ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸਰੀਰ ਦੀ ਮੈਲ ਦੂਰ ਹੁੰਦੀ ਸਾਬਣ ਦੇ ਨਾਲ, ਜਿਹੜੀ ਸਾਡੇ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਸੀ, ਜਦੋਂ ਵਿਕਾਰਾਂ ਬਾਰੇ ਭਿਅੰਕਰ ਕਿਸਮ ਦੇ ਨਤੀਜੇ ਜਦੋਂ ਪੜ੍ਹਾਂਗੇ ਤਾਂ ਫਿਰ ਉਹਨਾਂ ਤੋਂ ਵੀ ਉਪਰਾਮਤਾ ਪੈਦਾ ਹੋਵੇਗੀ, ਦੂਰੀ ਬਣੇਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਰ ਰੂਪ ਤੀਰਥ ਅਤੇ ਦਰਿਆਓ ਦੇ ਵਿੱਚ ਇਸ਼ਨਾਨ ਕੀਤਾ ਹੈ ਉਹਨਾਂ ਦਾ ਨਹਾਉਣਾ ਨਿਰਮਲ ਹੈ, ਕਿਉਂਕਿ ਗੁਰੂ ਰੂਪ ਤੀਰਥ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਦਾ ਮਸਤਕ ਪਵਿੱਤਰਤਾ ਦੇ ਨਾਲ ਭਰ ਜਾਂਦਾ ਹੈ। ਜਦੋਂ ਪਵਿੱਤਰਤਾ ਨਾਲ ਭਰ ਜਾਂਦੇ ਹਨ ਫਿਰ ਉਹਨਾਂ ਦਾ ਬੋਲਣਾ, ਸੁਣਨਾ, ਵੇਖਣਾ, ਸਪਰਸ਼ ਕਰਨਾ ਸਾਰਾ ਅੰਮ੍ਰਿਤਮਈ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਿਰਮਲ ਨਾਵਣ ਨਾਨਕਾ, ਕਿ ਜਿਸ ਦੇ ਨਹਾਤਿਆਂ ਮੁੜ ਕੇ ਮੈਲ ਨਾ ਰਹੇ, ਮੁੜ ਕੇ ਜੀਵਨ ਦੇ ਵਿੱਚ ਵਿਕਾਰਾਂ ਦੇ ਫੁਰਨੇ ਨਾ ਰਹਿਣ। ਇਹਦਾ ਵੀ ਇੱਕ ਜ਼ਿਕਰ ਸੰਖੇਪ ਜਿਹਾ ਰੱਖਦਾ ਕਿ ਨਿਰਮਲ ਨਾਵਣ ਕੀ ਹੁੰਦਾ। ਆਮ ਕਰਕੇ ਨਹਾਈਏ ਤਾਂ ਸਰੀਰ ਦੀ ਮੈਲ ਉਤਰਦੀ ਹੈ। ਨਿਰਮਲ ਨਾਵਣ ਦਾ ਭਾਵ ਇਹ ਹੈ ਕਿ ਜਿਸ ਗਿਆਨ ਦੀ ਵਿਚਾਰ ਨੂੰ, ਕੀਰਤਨ ਦੇ ਅਭਿਆਸ ਨੂੰ ਕਰਕੇ ਬਾਅਦ ਦੇ ਵਿੱਚ ਸਾਨੂੰ ਇੰਝ ਮਹਿਸੂਸ ਹੋਵੇ ਜਿਵੇਂ ਇਸ਼ਨਾਨ ਕਰ ਲਈ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਸਾਫ਼ ਮਹਿਸੂਸ ਕਰਦੇ ਹਾਂ। ਜਦੋਂ ਕੀਰਤਨ ਨੂੰ ਸੁਣ ਕੇ, ਕਥਾ ਨੂੰ ਸੁਣ ਕੇ ਸਾਨੂੰ ਲੱਗੇ ਕਿ ਸਾਡਾ ਮਨ ਵਿਕਾਰਾਂ ਦੀ ਤਰਫੋਂ, ਕੁਸੰਗ ਦੀ ਤਰਫੋਂ, ਮਾੜੇ ਬੰਦਿਆਂ ਦੀ ਸੰਗਤ ਦੀ ਤਰਫੋਂ ਥੋੜ੍ਹਾ ਅਲਕਤ ਜੀ ਮਨਾਉਣ ਲੱਗ ਪਿਆ ਹੈ, ਭਾਵ ਕਿ ਉਹਨਾਂ ਵੱਲ ਜਾਣ ਨੂੰ ਹੁਣ ਪੂਰੇ ਦਾ ਪੂਰਾ ਨਹੀਂ ਮੰਨਦਾ, ਤਾਂ ਇਹਨੂੰ ਸਮਝ ਲੈਣਾ ਕਿ ਮਨ ਦਾ ਨਿਰਮਲ ਰੂਪ ਦੇ ਵਿੱਚ ਇਸ਼ਨਾਨ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਤੀਰਥ ਦਰਿਆਓ, ਗੁਰੂ ਰੂਪ ਤੀਰਥ ਦੇ ਵਿੱਚ, ਦਰਿਆ ਦੇ ਵਿੱਚ ਇਸ਼ਨਾਨ ਕਰਕੇ ਇਹ ਵਿਕਾਰਾਂ ਦੀ ਮੈਲ ਲੈਂਦੀ ਹੈ। ਕੁਸੰਗ ਦਾ ਜਿਹੜੇ ਬਣੇ ਹੋਏ ਦਾਗ ਨੇ, ਉਹਦੀ ਚੋਟਾਂ ਨੇ, ਫਿਰ ਦੂਰ ਹੁੰਦੀਆਂ ਨੇ। ਇਸ ਕਰਕੇ ਸੰਤ ਪੁਰਖਾਂ ਦੀ ਸੰਗਤ ਹੀ ਮਨੁੱਖ ਦਾ ਨਿਸਤਾਰਾ ਕਰਦੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ।
ਵਿਕਾਰੀ ਬੰਦਿਆਂ ਦੀ ਸੰਗਤ ਤੋਂ ਪਰਾਂ ਰਹਿ ਕੇ ਗੁਰੂ ਸੰਗਤ ਦਾ ਅਭਿਆਸ ਕਰਕੇ ਸਾਖਤ ਪੁਰਸ਼ਾਂ ਦੀ ਪ੍ਰੀਤ ਛੱਡ ਕੇ ਸਾਧ ਸੰਗਤ ਦੇ ਨਾਲ ਨੇਹੋਂ ਕਰਕੇ ਸੰਤ ਸਭਾ ਦੀ ਹਾਜ਼ਰੀ ਭਰ ਕੇ ਗੁਰੂ ਚਰਨਾਂ ਦੀ ਪ੍ਰੀਤ ਕਮਾ ਕੇ ਆਪਣੇ ਜੀਵਨ ਨੂੰ ਨਿਰਮਲ ਕਰਨ ਦਾ ਯਤਨ ਕਰੀਏ। ਫਿਰ ਹੀ ਸਾਡੀ ਸਤਿਗੁਰੂ ਦੇ ਦਰ 'ਤੇ ਆਇਆਂ ਦੀ ਪ੍ਰਵਾਨਗੀ ਸਫਲਤਾ ਹੋਵੇਗੀ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਲੋਕ ਦੇ ਅਨੁਸਾਰ ਸਾਰਿਆਂ ਨੂੰ ਮੁਬਾਰਕ ਅਧਿਆਤਮਿਕ ਅਵਸਥਾ ਹਾਸਲ ਹੋਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।